ਇਹ ਗੁਰਨਾਮ ਸਿੰਘ ਚੜੂਨੀ ਤਾਂ ਕੁਝ ਜ਼ਿਆਦਾ ਹੀ ਬੋਲਦੇ ਆ ਪਰ ਸ਼ੁਰੂ ਤੋਂ ਹੀ ਇਹਨਾਂ ਦੀ ਮਨਸ਼ਾ ਜਿਹੜੀ ਆ ਉਹ ਸਿਆਸੀ ਹੈ। ਜੇ ਮੇਰੇ ਵਰਗਾ ਬੰਦਾ ਇਹ ਕਹਿੰਦਾ ਤੇ ਉਹ ਜਿਹੜਾ ਸਧਾਰਨ ਕਿਸਾਨ ਜਾ ਕੇ ਬੈਠਾ ਸੜਕਾਂ ਤੇ ਉਹ ਤਾਂ ਕਹਿੰਦੇ ਮਰਨ ਤੇ ਹੋ ਕੇ ਗਏ ਆ, ਸਾਡੀ ਜ਼ਮੀਨ ਖੋਹ ਲੈਣੀ ਹੈ। ਨਾ ਤਾਂ ਜ਼ਮੀਨ ਖੋਹੀ ਹੈ ਕਿਸੇ ਨੇ, ਨਾ ਖੋਹਣੀ ਹੈ। ਇਹ ਬੇਈਮਾਨ ਜਿਹੜੇ ਲੀਡਰ ਨੇ ਇਹਨਾਂ ਨੇ ਗਲਤ ਸਮਝਾਇਆ ਤੇ ਉਹਨਾਂ 'ਚ ਚੜੂਨੀ ਵੀ ਇੱਕ ਆ। ਚੜੂਨੀ ਤੁਹਾਨੂੰ ਪਤਾ ਕਿ ਚੁਣਾव ਲੜਿਆ, ਜ਼ਮਾਨਤ ਜ਼ਬਤ ਹੋਈ, ਫਿਰ ਆਪਦੀ ਘਰ ਵਾਲੀ ਲੜਾਈ ਹਰਿਆਣੇ 'ਚੋਂ, ਫਿਰ ਉਹਦੀ ਵੀ ਜ਼ਮਾਨਤ ਜ਼ਬਤ ਹੋਈ। ਚਲੋ ਟਕੈਤ ਸਾਹਿਬ ਦੀ ਗੱਲ ਅਲੱਗ ਆ ਪਰ ਟਕੈਤ ਸਾਹਿਬ ਦੇ ਪਿਤਾ ਜੀ ਵੀ ਲੀਡਰ ਸੀ ਕਿਸਾਨਾਂ ਦੇ। ਪਰ ਮੈਂ ਇਹ ਦੱਸਦਾ ਕਿ ਇਹਨਾਂ ਦੇ ਜੁੜਾਓ ਜਿਹੜੇ ਆ ਉਹ ਸਿਆਸੀ ਨੇ, ਮੰਤਵ ਵੀ ਸਿਆਸੀ ਨੇ। ਇਹਨਾਂ ਦਾ ਕਿਸਾਨ ਦਾ ਹਿੱਤ ਨਹੀਂ ਹੈ। ਜੇ ਕਿਸਾਨ ਦੇ ਹਿੱਤ ਦੇ ਪੂਰਕ ਹੁੰਦੇ ਨਾ ਤਾਂ ਹੁਣ ਤੱਕ ਗੱਲ ਖਤਮ ਹੋ ਜਾਣੀ ਸੀ। ਜੋਗਿੰਦਰ ਯਾਦਵ ਕਿਹੜਾ ਕਿਸਾਨ ਨੇਤਾ ਜੀ ਪਹਿਲਾਂ ਦੱਸੋ? ਉਹਦਾ ਸਿਆਸੀ ਪਾਰਟੀ ਬਣਾਈ, ਸਵਰਾਜ ਪਾਰਟੀ, ਚੋਣਾਂ ਲੜੀਆਂ, ਜ਼ਮਾਨਤਾਂ ਜ਼ਬਤ ਹੋਈਆਂ, ਲੋਕਾਂ ਨੇ ਰਿਜੈਕਟ ਕਰਤਾ। ਉਹ ਤਾਂ ਸ਼ਰਾਰਤੀ ਇਨਸਰ ਨੇ, ਅਰਬਨ ਨਕਸਲਾਈਟ ਹੈ ਉਹਦੀ ਸੋਚ ਜਿਹੜੀ। ਔਰ ਇਸੇ ਤਰ੍ਹਾਂ ਦਰਸ਼ਨਪਾਲ ਨਕਸਲਾਈਟਾਂ ਦਾ ਫਾਊਂਡਰ ਮੈਂਬਰਾਂ 'ਚੋਂ ਆ। ਕਿਉਂ ਲਾਗੂ ਕੀਤੇ ਜੇ ਕਾਲੇ ਸੀ ਬਈ? ਅਮਰਿੰਦਰ ਸਿੰਘ, ਤੂੰ ਰਾਜਨੀਤਿਕ ਆਤੰਕਵਾਦ ਪੰਜਾਬ 'ਚ ਫੈਲਾ ਰਿਹਾ, ਤੇਰਾ ਬਰਦ ਹਸਤਾ। ਇਹ ਤਾਂ ਆਤੰਕਵਾਦੀਆਂ ਤੋਂ ਉੱਪਰ ਜਾ ਕੇ ਬੀਜੇਪੀ ਦੇ ਵਰਕਰਾਂ ਤੇ ਰਾਜਨੀਤਿਕ ਆਤੰਕਵਾਦ ਫੈਲਾਇਆ ਜਾ ਰਿਹਾ। ਇਹ ਰਾਜਨੀਤਿਕ ਆਤੰਕਵਾਦ ਆ ਪੰਜਾਬ ਦੇ ਅੰਦਰ। ਐਮਐਲਏ ਦੇ ਮੌਬ ਲਿੰਚਿੰਗ ਹੋ ਗਈ। ਆ ਹਿਊਮਨ ਰਾਈਟਸ ਐਕਟੀਵਿਸਟ ਕਿੱਥੇ ਗਏ? ਮੈਂ ਉਹਨਾਂ ਨੂੰ ਪੁੱਛਦਾ। ਇਹ ਕੈਪਟਨ ਅਮਰਿੰਦਰ ਸਿੰਘ ਨੇ ਲੋਕਤੰਤਰ ਦਾ ਅਪਮਾਨ ਕਰਵਾਇਆ ਤੇ ਉੱਥੇ ਜਾ ਕੇ ਡੱਲੇਵਾਲ ਕਿਸਾਨ ਲੀਡਰ ਇਹਨਾਂ 'ਚੋਂ ਇੱਕ ਕਹਿ ਰਿਹਾ ਕਿ ਇਹ ਕ੍ਰਿਮੀਨਲ ਜਿਨ੍ਹਾਂ ਨੇ ਇਹ ਕੰਮ ਕੀਤਾ, ਮੌਬ ਲਿੰਚਿੰਗ ਕੀਤੀ, ਉਹਨਾਂ ਨੂੰ ਛੱਡੋ। ਔਰ ਇਹ ਹਿਊਮਨ ਰਾਈਟਸ ਐਕਟੀਵਿਸਟ ਚੁੱਪ ਨੇ। ਕਿਸਾਨਾਂ ਨੇ ਪੱਤਰ ਕਿਉਂ ਲਿਖਿਆ ਜੀ? ਉਹਦੇ 'ਚ ਵੀ ਜੋਗਿੰਦਰ ਯਾਦਵ ਵਰਗਿਆਂ ਦੀ ਸ਼ਰਾਰਤ ਆ। ਕੀ ਆ ਕਿ ਮੀਡੀਆ ਨੇ ਕਵਰੇਜ ਦੇਣੀ ਬੰਦ ਕਰਤੀ ਸੀ। ਇਹਨਾਂ ਨਾਲ ਪਬਲਿਕ ਦੀ ਅਟੈਂਸ਼ਨ ਰਹੀ। ਇਹਨਾਂ ਨੇ ਕਿਹਾ ਜੰਗਲ ਮੇਂ ਮੋਰ ਨਾਚਾ ਕਿਸਨੇ ਦੇਖਾ। ਇਹਨਾਂ ਨੇ ਕਿਸਾਨ ਦਾ ਮੋਢਾ ਲੱਭ ਲਿਆ। ਉਹ ਮੋਢਾ ਲੱਭ ਕੇ ਇਹ ਕਾਂਗਰਸ ਵੀ, ਇਹ ਆਮ ਆਦਮੀ ਵੀ, ਇਹ ਅਕਾਲੀ ਦਲ ਵੀ ਔਰ ਇਹ ਮਾਓਵਾਦੀ ਵੀ, ਇਹ ਬਾਕੀ ਵੀ ਇਹਨਾਂ ਦੇ ਵਿਦੇਸ਼ੀ ਸਾਥੀ ਔਰ ਵਿੱਚੇ ਆਤੰਕਵਾਦੀ ਵੀ ਜਿੰਨੇ ਨੇ ਸਭ ਇਕੱਠੇ ਹੋ ਗਏ। ਇਹਨਾਂ ਨੇ ਕਿਸਾਨ ਦਾ ਮੋਢਾ ਲੱਭ ਕੇ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਲੱਗੇ ਆ। ਨਹੀਂ ਕਰ ਸਕਦੇ। ਮੈਂ ਕਹਿਣਾ ਤੁਹਾਡਾ ਕਹਿਣ ਦਾ ਮਤਲਬ ਵੀ ਕਾਨੂੰਨ ਰੱਦ ਨਹੀਂ ਹੋਣੇ। ਔਰ ਇਹ ਜਿਹੜਾ ਬੋਲਦਾ ਉਹਨੂੰ ਕਹਿੰਦਾ ਤੈਨੂੰ ਮਾਰ ਦਿਆਂਗੇ, ਤੈਨੂੰ ਬੋਲਣ ਨਹੀਂ ਦੇਣਾ। ਅਰੇ ਡੈਮੋਕ੍ਰੇਸੀ ਹੈ, ਜੇ ਤੁਸੀਂ ਬੋਲ ਸਕਦੇ ਹੋ ਅਸੀਂ ਨਹੀਂ ਬੋਲ ਸਕਦੇ, ਕਿੱਦਾਂ ਰੋਕੋਗੇ ਤੁਸੀਂ? ਉਹ ਵੀ ਸੁਣ ਲਓ, ਉਹ ਵੀ ਸੁਣ ਲਓ ਗੱਲ। ਜੇ ਹੋਲੀ ਆ ਗਈ ਤਾਂ ਉਹ ਵੀ ਕਾਲੀ, ਜੇ ਦੀਵਾਲੀ ਆ ਗਈ ਉਹ ਵੀ ਕਾਲੀ, ਜੇ ਬੁੱਧ ਪੂਰਨਿਮਾ ਜਿਹਨੇ ਪੂਰੀ ਦੁਨੀਆ ਨੂੰ ਰੌਸ਼ਨ ਕੀਤਾ, ਉਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਬੁੱਧ ਪੂਰਨਿਮਾ ਤੇ ਉਹ ਵੀ ਕਾਲੀ। ਔਰ ਡਾਕਟਰ ਅੰਬੇਡਕਰ ਤੇ ਪੂਰਾ ਦਲਿਤ ਸਮਾਜ ਉਹਨਾਂ ਦਾ ਪੈਰੋਕਾਰ ਫੋਲੋਵਰ ਨੇ ਉਹਨਾਂ ਦੇ, ਉਹ ਵੀ ਕਾਲਾ। ਇਹਨਾਂ ਨੇ ਕਿਸੇ ਦਿਨ ਈਦ ਕਾਲੀ ਕਹਿ ਕੇ ਦੱਸਣ, ਫਿਰ ਇਹਨਾਂ ਨੂੰ ਸਮਝ ਦੇ ਦੇਣਗੇ, ਉਹ ਅਕਲ ਦੇ ਦੇਣਗੇ, ਇਹਨਾਂ ਨੂੰ ਬੁੱਧੀ ਆ ਜੂ ਇਹਨਾਂ ਦੀ ਠਿਕਾਣੇ। ਉਹ ਨਹੀਂ ਕਹਿ ਸਕਦੇ। ਤੁਸੀਂ ਪ੍ਰਧਾਨ ਮੰਤਰੀ ਨੂੰ ਜੋ ਮਰਜ਼ੀ ਬੋਲਦੇ ਹੋ। ਔਰ ਰਾਜੇਵਾਲ ਦੇਖੋ ਐਂ ਬੋਲਦਾ ਜਿਵੇਂ ਡਿਕਟੇਟਰ ਹੁੰਦਾ। ਉਹ ਤੈਨੂੰ ਪੱਟ ਦਿਆਂਗੇ, ਅਸੀਂ ਤੁਹਾਨੂੰ ਬੰਗਾਲ 'ਚ ਮੰਨਿਆ, ਅਸੀਂ ਤੁਹਾਨੂੰ ਉੱਤਰ ਪ੍ਰਦੇਸ਼ 'ਚ ਮੰਨ ਜਾਵਾਂਗੇ, ਅਸੀਂ ਤੁਹਾਨੂੰ ਉੱਤਰਾਖੰਡ 'ਚ ਮੰਨ ਜਾਵਾਂਗੇ। ਉਹ ਤੂੰ ਐਡਾ ਪਹਿਲਵਾਨ ਨਹੀਂ ਹੈ ਭਰਾਵਾ, ਤੇਰੀਆਂ ਵੀ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ। ਇਹ ਬੇਈਮਾਨ ਨੇ। ਇਹਨਾਂ ਨੇ ਤਾਂ 80-80 ਲੱਖ ਦੀਆਂ ਗੱਡੀਆਂ ਖਰੀਦ ਲਈਆਂ ਤੇ ਪ੍ਰਾਪਰਟੀਆਂ ਬਣਾ ਲਈਆਂ, ਸਭ ਕੁਝ ਬਣਾ ਲਿਆ। ਕਿਸਾਨ ਪੈਸਾ ਦੇਈ ਜਾਂਦਾ। ਇਹ ਜਿਹੜੇ ਪਰਿਵਾਰਾਂ ਦਾ ਰਾਜ ਕਰਨ ਵਾਲੇ ਆ, ਅਕਾਲੀ ਦਲ ਨੇ ਤਾਂ ਸੌਖਾ ਕੀਤਾ ਹੋਇਆ, ਗਿਣਤੀ ਨਹੀਂ ਛੱਡੀ, ਕੋਈ ਪਰਿਵਾਰ ਦਾ ਰਾਜ। ਔਰ ਕਾਂਗਰਸ ਨੇ ਜਦੋਂ ਵੀ ਆਉਂਦੀ ਆ, ਚਾਹੇ ਐਮਐਲਏ 90 ਬਣਾ ਦਿਓ ਤੁਸੀਂ, 27 ਪਰਿਵਾਰਾਂ ਦਾ ਰਾਜ ਆ। ਉਹਦੇ 'ਚੋਂ ਮੁੱਖ ਮਿਨਿਸਟਰ, ਉਹਦੇ 'ਚੋਂ ਮਿਨਿਸਟਰ। ਇਹ ਵੀ ਪਰਿਵਾਰਕ ਪਾਰਟੀ ਹੈ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸੀ ਧਿਰਾਂ ਦੇ ਵਿੱਚ ਵੱਖ-ਵੱਖ ਲਾਹੇ ਲੈਣ ਦੀਆਂ ਰਵਾਇਤਾਂ ਦੇ ਰੁਝਾਨ ਮਿਲ ਰਹੇ ਨੇ। ਇਸ ਅੰਦੋਲਨ ਦੇ ਵਿੱਚ ਸਭ ਤੋਂ ਉੱਠੇ ਵੱਡੇ ਵਿਰੋਧ ਨੂੰ ਵਿਰੋਧੀ ਧਿਰਾਂ ਆਪਣੇ ਢੰਗ ਨਾਲ ਲੈ ਰਹੀਆਂ ਨੇ ਤੇ ਭਾਜਪਾ ਇਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖ ਰਹੀ ਹੈ। ਪਰ ਜਿਸ ਪ੍ਰਤੀ ਉੱਠਿਆ ਹੋਇਆ ਵਿਰੋਧ ਹੈ, ਉਸ ਕਾਨੂੰਨ ਨੂੰ ਰੱਦ ਕਰਨ ਪ੍ਰਤੀ ਉਹਦਾ ਹੁਣ ਤੱਕ ਕੋਈ ਵੀ ਖਿਆਲ ਨਜ਼ਰ ਨਹੀਂ ਆਉਂਦਾ। ਜਦੋਂ ਕਿ ਪ੍ਰਧਾਨ ਮੰਤਰੀ ਨੇ ਸਿਰਫ ਕਿਹਾ ਵੀ ਸੀ ਕਿ ਇੱਕ ਫੋਨ ਦੀ ਦੂਰੀ 'ਤੇ ਹੈ, ਜਦੋਂ ਮਰਜ਼ੀ ਗੱਲ ਕਰੋ, ਆਪਾਂ ਇਹ 'ਤੇ ਹੱਲ ਕਰਦੇ ਹਾਂ। ਹੁਣ ਤਾਂ ਕਿਸਾਨਾਂ ਨੇ ਇੱਕ ਪੱਤਰ ਵੀ ਲਿਖ ਦਿੱਤਾ, ਉਸ ਤੋਂ ਬਾਅਦ ਵੀ ਕੋਈ ਗੱਲ ਹੁੰਦੀ ਨਜ਼ਰ ਨਹੀਂ ਆ ਰਹੀ। ਅੰਦੋਲਨ ਦੇ ਵਿੱਚ ਇੱਕ ਨਵੀਂ ਰੌਂ ਦੇਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਸੰਬੰਧੀ ਇਸ ਨੂੰ ਤੇਜ਼ ਕਰਨ ਵਾਸਤੇ ਸਿਆਸਤ ਦੇ ਇਤਿਹਾਸ ਦੇ ਵਿੱਚੋਂ
ਇੱਕ ਨੁਕਤਾ ਉਠਾਉਂਦੇ ਹੋਏ ਉਸੇ ਦੀ ਤਰਜ਼ ਤੇ ਮੌਜੂਦਾ ਭਾਜਪਾ ਆਗੂਆਂ, ਮੰਤਰੀਆਂ ਤੇ ਹੋਰ ਵੱਡੇ ਆਗੂਆਂ ਦੇ ਘਰਾਂ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। 5 ਜੂਨ ਤੋਂ ਹੋਏਗਾ ਸ਼ੁਰੂ। ਉਸ ਵਿੱਚ ਕੀ ਕੀਤਾ ਜਾਏਗਾ? 3 ਖੇਤੀ ਬਿੱਲਾਂ ਦੇ ਕਾਨੂੰਨ ਜਿਹੜੇ ਸਾੜੇ ਜਾਣਗੇ। ਇਸ ਤੋਂ ਬਾਅਦ ਨਵੀਂ ਗੱਲ ਸ਼ੁਰੂ ਕੀਤੀ ਜਾਏਗੀ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਭਾਜਪਾ ਆਪਣੇ ਆਪ ਨੂੰ ਕਿਸ ਸਥਿਤੀ 'ਚ ਦੇਖਦੀ ਹੈ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰੇਗੀ? ਸਾਡੇ ਨਾਲ ਇਹਨਾਂ ਗੱਲਾਂ ਦੇ ਜਵਾਬ ਦੇਣ ਲਈ ਹਾਜ਼ਰ ਨੇ ਭਾਜਪਾ ਦੇ ਫਾਇਰ ਬ੍ਰਾਂਡ ਨੇਤਾ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ। ਹਰਜੀਤ ਗਰੇਵਾਲ ਜੀ, ਤੁਹਾਡਾ ਸਕਾਈ ਨਿਊਜ਼ ਪੰਜਾਬ 'ਤੇ ਸਵਾਗਤ ਹੈ। ਗਰੇਵਾਲ ਸਾਹਿਬ, ਕਿਸਾਨ ਆਗੂਆਂ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ ਕਿ ਭਾਜਪਾ ਆਗੂਆਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕੀਤੇ ਜਾਣਗੇ ਇੱਕ ਤੈਅ ਤਰੀਕ ਤੋਂ ਬਾਅਦ। ਤੁਸੀਂ ਪਹਿਲਾਂ ਚੱਲ ਰਹੇ ਵਿਰੋਧ ਤੇ ਇੱਕ ਨਵੀਂ ਰਣਨੀਤੀ ਨੂੰ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਸ਼ੁਰੂ ਤੋਂ ਹੀ ਇਹ ਗੁਰਨਾਮ ਸਿੰਘ ਚੜੂਨੀ ਤਾਂ ਕੁਝ ਜ਼ਿਆਦਾ ਹੀ ਬੋਲਦੇ ਆ, ਪਰ ਸ਼ੁਰੂ ਤੋਂ ਹੀ ਇਹਨਾਂ ਦੀ ਮਨਸ਼ਾ ਜਿਹੜੀ ਆ ਉਹ ਸਿਆਸੀ ਆ ਜੀ। ਔਰ ਇਹ ਕਿਸਾਨ ਦਾ ਮੋਢਾ ਲੱਭ ਕੇ, ਪਹਿਲੀ ਗੱਲ ਤਾਂ ਇੱਕ ਚੀਜ਼ ਇਹਦੇ 'ਚ ਅਲੱਗ-ਅਲੱਗ ਕਰ ਲਓ। ਜਿਹੜਾ ਕਿਸਾਨ ਸੜਕਾਂ ਤੇ ਬੈਠਾ ਜੀ, ਉਹਨੂੰ ਤਾਂ ਇਹ ਸਮਝਾ ਕੇ ਲੈ ਗਏ ਭਾਈ ਤੇਰੀ ਜ਼ਮੀਨ ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ ਹੈ ਜੀ। ਮੈਂ ਵੀ ਜ਼ਿਮੀਂਦਾਰ ਹਾਂ, ਕਿਸਾਨ ਹਾਂ, ਜੱਟ ਹਾਂ ਜੀ, ਤੇ ਮੈਨੂੰ ਕੋਈ ਕਹਦੇ ਤੇਰੀ ਜ਼ਮੀਨ ਨਾਲ ਅਸੀਂ ਆਹ ਕਰਾਂਗੇ ਤਾਂ ਮੈਂ ਕਹੂੰਗਾ ਮੈਂ ਤਾਂ ਕਾਨੂੰਨ 'ਚ ਵਿਸ਼ਵਾਸ ਰੱਖਦਾ ਵੈਸੇ ਜੀ, ਪਰ ਮੈਂ ਕਹੂੰਗਾ ਵੀ ਹੁਣ ਜਾਂ ਤਾਂ ਮਰੂੰਗਾ ਜਾਂ ਮਾਰੂੰਗਾ ਜੀ। ਬਿਲਕੁਲ, ਜੇ ਮੇਰੇ ਵਰਗਾ ਬੰਦਾ ਇਹ ਕਹਿੰਦਾ ਤੇ ਉਹ ਜਿਹੜਾ ਸਧਾਰਨ ਕਿਸਾਨ ਜਾ ਕੇ ਬੈਠਾ ਜੀ ਸੜਕਾਂ ਤੇ, ਉਹ ਤਾਂ ਕਹਿੰਦੇ ਮਰਨ ਤੇ ਹੋ ਕੇ ਗਏ ਆ, ਸਾਡੀ ਜ਼ਮੀਨ ਖੋਹ ਲੈਣੀ ਹੈ। ਨਾ ਤਾਂ ਜ਼ਮੀਨ ਖੋਹੀ ਹੈ ਕਿਸੇ ਨੇ, ਨਾ ਖੋਹਣੀ ਆ ਜੀ। ਇਹ ਬੇਈਮਾਨ ਜਿਹੜੇ ਲੀਡਰ ਨੇ ਇਹਨਾਂ ਨੇ ਗਲਤ ਸਮਝਾਇਆ ਜੀ, ਤੇ ਉਹਨਾਂ 'ਚ ਚੜੂਨੀ ਵੀ ਇੱਕ ਆ। ਚੜੂਨੀ ਤੁਹਾਨੂੰ ਪਤਾ ਕਿ ਚੁਣਾਵ ਲੜਿਆ, ਜ਼ਮਾਨਤ ਜ਼ਬਤ ਹੋਈ, ਫਿਰ ਆਪਦੀ ਘਰ ਵਾਲੀ ਲੜਾਈ ਹਰਿਆਣੇ 'ਚੋਂ, ਫਿਰ ਉਹਦੀ ਵੀ ਜ਼ਮਾਨਤ ਜ਼ਬਤ ਹੋਈ। ਇਹ ਆਮ ਆਦਮੀ ਪਾਰਟੀ ਤੋਂ ਲੜਿਆ। ਹਾਂਜੀ, ਕਾਫੀ ਆਗੂ ਜਿਹੜੇ ਉੱਥੇ ਬੈਠੇ ਨੇ ਲੜੇ ਨੇ, ਭਾਜਪਾ ਤੋਂ ਵੀ ਲੜੇ ਨੇ, ਟਕੈਤ ਸਾਹਿਬ ਮੇਰੇ ਸਾਹਮਣੇ। ਚਲੋ ਟਕੈਤ ਸਾਹਿਬ ਦੀ ਗੱਲ ਅਲੱਗ ਆ ਜੀ, ਪਰ ਟਕੈਤ ਸਾਹਿਬ ਦੇ ਪਿਤਾ ਜੀ ਵੀ ਲੀਡਰ ਸੀ ਕਿਸਾਨਾਂ ਦੇ। ਪਰ ਮੈਂ ਇਹ ਦੱਸਦਾ ਕਿ ਇਹਨਾਂ ਦੇ ਜੁੜਾਓ ਜਿਹੜੇ ਆ ਉਹ ਸਿਆਸੀ ਨੇ, ਮੰਤਵ ਵੀ ਸਿਆਸੀ ਨੇ ਜੀ। ਇਹਨਾਂ ਦਾ ਕਿਸਾਨ ਦਾ ਹਿੱਤ ਨਹੀਂ ਹੈ। ਜੇ ਕਿਸਾਨ ਦੇ ਹਿੱਤ ਦੇ ਪੂਰਕ ਹੁੰਦੇ ਨਾ ਤਾਂ ਹੁਣ ਤੱਕ ਗੱਲ ਖਤਮ ਹੋ ਜਾਣੀ ਸੀ ਜੀ। ਪਹਿਲੀ ਗੱਲ ਤਾਂ ਮੈਂ ਇੱਥੋਂ ਦਾਅਵੇ ਨਾਲ ਕਹਿਣਾ ਕਿ ਇਹ ਕਾਨੂੰਨ ਜਿਹੜੇ ਕਹਿੰਦੇ ਨਾ ਕਾਲੇ ਕਾਨੂੰਨ ਆ ਜੀ, ਇਸ ਦੇਸ਼ ਦੇ ਅੰਦਰ 800 ਕਿਸਾਨ ਸੰਗਠਨ ਆ ਜੀ, ਔਰ 24 ਕਰੋੜ ਕਿਸਾਨ ਆ ਜੀ, ਔਰ 65% ਆਬਾਦੀ ਜਿਹੜੀ ਆ ਉਹ ਕਿਸਾਨੀ ਤੇ ਆਧਾਰਿਤ ਆ। ਜਿੱਦਾਂ ਕੋਈ ਮੂੰਗਫਲੀ ਦੀ ਰੇਹੜੀ ਲਾਉਂਦਾ ਜੀ, ਉਹ ਵੀ ਕਿਸਾਨ ਪੈਦਾ ਕਰੂਗਾ ਤਾਂ ਹੀ ਤਾਂ ਵੇਚੂਗਾ ਜੀ। ਕੋਈ ਦੁਕਾਨ ਚਲਾਉਂਦਾ ਕਿਸਾਨ ਪ੍ਰੋਡਕਟ ਦੀ, ਜਿਹੜੇ ਕੋਈ ਫੈਕਟਰੀ ਲਾਈ ਹੋਈ ਹੈ ਕਿਸੇ ਨੇ ਫੂਡ ਪ੍ਰੋਸੈਸਿੰਗ ਦੀ, ਉਹ ਤਾਂ ਖੇਤੀ ਤੇ ਆਧਾਰਿਤ ਆ ਨਾ ਧੰਦੇ ਸਾਰੇ। ਔਰ ਜੇ ਇਹ ਸਰਕਾਰ ਇਹ ਵੀ ਜਾਣਦੀ ਆ ਕਿ ਜੇ ਕਿਸਾਨ ਔਰ ਖੇਤ ਮਜ਼ਦੂਰ ਦੀ ਜੇਬ 'ਚ ਪੈਸਾ ਹੋਏਗਾ, ਸਭ ਤੋਂ ਬੜਾ ਕੰਜ਼ਿਊਮਰ ਆ ਦੇਸ਼ ਦਾ, ਤੇ ਤਾਂ ਹੀ ਤਾਂ ਦੁਕਾਨਦਾਰ ਦੀ ਦੁਕਾਨ ਚੱਲੇਗੀ। ਦੁਕਾਨਦਾਰ ਦੀ ਦੁਕਾਨ ਚੱਲੇਗੀ ਤਾਂ ਫੈਕਟਰੀ ਵਾਲੇ ਦਾ ਮਾਲ ਚੱਲੇਗਾ, ਬਣੇਗਾ, ਇੰਡਸਟਰੀ ਚੱਲੇਗੀ। ਇਹ ਸਾਰਾ ਸਾਡਾ ਜਿਹੜਾ ਸਾਈਕਲ ਆ, ਇਕੋਨਮੀ ਜਿਹੜੀ ਹੈ ਐਗਰੇਰੀਅਨ ਬੇਸਡ ਆ, ਉਸ 'ਤੇ ਆਧਾਰਿਤ ਆ। ਇਹ ਸਾਰਾ ਸਰਕਾਰ ਵੀ ਜਾਣਦੀ ਹੈ। ਤਾਂ ਮੋਦੀ ਜੀ ਜਾਂ ਸਰਕਾਰ ਇਹ ਕਦੋਂ ਸੋਚ ਸਕਦੇ ਆ ਕਿ ਇਹ ਜਿਹੜਾ ਕਿਸਾਨ ਆ ਇਹਦਾ ਹਿੱਤ ਨਾ ਹੋਵੇ? ਹਾਂ, ਇਨਸਾਨ ਮੋਦੀ ਜੀ ਨੇ, ਇਨਸਾਨ ਆਪਾਂ ਹੈਗੇ ਆ, ਤੇ ਕੋਈ ਗੱਲ ਕਰਦੇ ਹੋਏ ਕੋਈ ਗਲਤੀ ਵੀ ਹੋ ਸਕਦੀ ਹੈ ਜੀ, ਮੈਂ ਮੰਨਦਾ। ਪਰ ਉਹ ਜਿਹੜਾ ਕਿਸਾਨ ਸੜਕਾਂ ਤੇ ਬੈਠਾ ਉਹ ਜੈਨੂਨ ਕਿਸਾਨ ਆ। ਜਿਹੜੇ ਲੀਡਰ ਨੇ ਚੰਦ, ਇਹਨਾਂ 'ਚੋਂ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ। ਆਹ ਜਿੱਦਣ ਜੋਗਿੰਦਰ ਯਾਦਵ ਕਿਹੜਾ ਕਿਸਾਨ ਨੇਤਾ ਜੀ ਪਹਿਲਾਂ ਦੱਸੋ? ਉਹਦਾ ਸਿਆਸੀ ਪਾਰਟੀ ਬਣਾਈ, ਸਵਰਾਜ ਪਾਰਟੀ, ਚੋਣਾਂ ਲੜੀਆਂ, ਜ਼ਮਾਨਤਾਂ ਜ਼ਬਤ ਹੋਈਆਂ, ਲੋਕਾਂ ਨੇ ਰਿਜੈਕਟ ਕਰਤਾ। ਉਹ ਤਾਂ ਸ਼ਰਾਰਤੀ ਇਨਸਰ ਨੇ, ਅਰਬਨ ਨਕਸਲਾਈਟ ਹੈ ਉਹਦੀ ਸੋਚ ਜਿਹੜੀ ਹੈ। ਕਵਿਤਾ ਹਨਨ ਮੌਲਾ ਕੋ ਤਾਂ ਕਮਿਊਨਿਸਟ MP ਹੈ ਜੀ, ਔਰ ਇਸੇ ਤਰ੍ਹਾਂ ਦਰਸ਼ਨਪਾਲ ਨਕਸਲਾਈਟਾਂ ਦਾ ਫਾਊਂਡਰ ਮੈਂਬਰਾਂ 'ਚੋਂ ਆ ਜੀ, ਠੀਕ ਹੈ। ਤੇ ਹੁਣ ਇਹ ਕਿੱਦਾਂ ਸੋਚ ਇਹਨਾਂ ਦੀ ਠੀਕ ਹੋ ਸਕਦੀ ਹੈ? ਕਿਸਾਨ ਇਸ 'ਚ ਹੋ ਸਕਦੀ ਹੈ? ਇਹ ਤਾਂ ਦੇਸ਼ 'ਚ ਦੰਗੇ ਭੜਕਾਉਣਾ ਚਾਹੁੰਦੇ ਸੀ। ਚਲੋ, ਇਹ ਤਾਂ ਸਿਆਸੀ ਜਿਹੜੇ ਉੱਥੇ ਬੈਠੇ ਲੀਡਰ ਨੇ ਉਹਨਾਂ ਪ੍ਰਤੀ ਤੁਹਾਡਾ ਵਿਚਾਰ ਹੈ। ਤੁਸੀਂ ਜੇ ਆਪਾਂ 2 ਲਾਈਨਾਂ ਦੇ ਵਿੱਚ ਜਿਹੜੇ 3 ਕਾਨੂੰਨ ਹੈ ਕਿਸਾਨਾਂ ਦੀ ਕੀ ਫਾਇਦੇਮੰਦ ਚੀਜ਼ ਲੈ ਕੇ ਆਉਣਗੇ ਕਹਿਣਾ ਚਾਹੀਏ ਤਾਂ ਕੀ ਕਹਿ ਸਕਦੇ? ਦੇਖੋ ਇੱਦਾਂ, ਅੱਜ ਤੋਂ ਜਦੋਂ ਪੰਜਾਬ ਹਰਿਆਣਾ ਬਣ ਗਿਆ ਜੀ, ਤਾਂ ਉਸ ਤੋਂ ਬਾਅਦ ਇਹਨਾਂ ਦੀ ਮੰਗ ਸੀ, ਕਈ ਲੋਕ ਹਰਿਆਣੇ 'ਚ ਫਸਲ ਵੇਚਣ ਚਲੇ ਜਾਂਦੇ ਸੀ, ਕਈ ਹਿਮਾਚਲ 'ਚ, ਹਿਮਾਚਲ ਦੇ ਵੀ ਹਿੱਸੇ ਸਾਡੇ 'ਚੋਂ ਅਲੱਗ ਹੋਏ ਆ ਪੰਜਾਬ 'ਚੋਂ ਜੀ, ਤੇ ਉਹਨਾਂ ਨੂੰ ਫੜ ਲੈਂਦੇ ਸੀ, ਉਹਨਾਂ 'ਤੇ ਮੁਕੱਦਮੇ ਬਣ ਜਾਂਦੇ ਸੀ। 1400 ਕਿਸਾਨਾਂ ਨੇ, ਉਹਦੇ 'ਚ ਰਾਜੇਵਾਲ ਵੀ ਸੀ ਜੀ ਉਸ ਵੇਲੇ, ਸਿਰ ਦੇ ਉੱਪਰ ਕਣਕ ਰੱਖ ਕੇ ਤੇ ਬਾਰਡਰ ਕ੍ਰਾਸ ਕੀਤਾ ਜੀ। ਇਹਨਾਂ ਨੂੰ 1400 ਕਿਸਾਨਾਂ ਨੂੰ ਫੜ ਲਿਆ।
30 ਦਿਨ ਦੀ ਸਜ਼ਾ ਹੋ ਗਈ ਤੇ 1000 ਰੁਪਏ ਜੁਰਮਾਨਾ ਹੋ ਗਿਆ। ਜੇ 1000 ਰੁਪਏ ਜੁਰਮਾਨਾ ਨਾ ਭਰੋ 10 ਦਿਨ ਹੋਰ ਸਜ਼ਾ ਕੱਟੋ। ਇਹ 40 ਦਿਨ ਦੀ ਸਜ਼ਾ ਕੱਟ ਕੇ ਆਏ ਸੀ, ਇੱਕ ਸੂਬੇ ਤੋਂ ਦੂਜੇ ਸੂਬੇ 'ਚ ਫਸਲ ਲਿਜਾਣ, ਮਨਮਰਜ਼ੀ ਜਗ੍ਹਾ ਤੇ ਵੇਚਣ ਜੀ, ਵੀ ਸਾਨੂੰ ਖੁੱਲ੍ਹ ਦਿੱਤੀ ਜਾਵੇ, ਸਾਨੂੰ ਗੁਲਾਮ ਕਿਉਂ ਬਣਾ ਕੇ ਰੱਖਿਆ, ਇਹ ਕਹਿੰਦੇ ਸੀ। ਅੱਛਾ, ਔਰ ਮੋਦੀ ਜੀ ਦੇ ਇਸ ਕਾਨੂੰਨ ਨੇ ਉਹ ਖੁੱਲ੍ਹ ਦਿੱਤੀ ਹੈ। ਹੁਣ ਕਹਿੰਦੇ ਇਹ ਕਿਉਂ ਦੇਤੀ? ਅੱਛਾ, ਇਹ ਪਹਿਲਾਂ ਹੀ ਮੰਗਦੇ ਰਹੇ। ਲਓ ਜੀ, ਸਜ਼ਾ ਕੱਟੀ ਹੈ। ਹਿਸਟਰੀ ਚੱਕ ਕੇ ਦੇਖੋ, ਅੱਛਾ ਇਹ 65 ਤੋਂ ਬਾਅਦ ਦੀ ਗੱਲ ਆ। ਅੱਛਾ 66 'ਚ ਬਣਿਆ ਨਾ, 66 ਤੋਂ ਬਾਅਦ ਇਹ ਮੇਰੇ ਖਿਆਲ 68 ਦੀ ਗੱਲ ਆ ਜੀ, ਜਿਹੜੀ ਮੈਂ ਦੱਸ ਰਿਹਾ। ਹਾਂਜੀ ਤੇ ਇਸੇ ਤਰ੍ਹਾਂ ਹੀ ਜਿਹੜਾ ਸੀ ਆ ਇਸ ਤੋਂ 2 ਦਿਨ ਪਹਿਲਾਂ ਜਦੋਂ ਆ ਫਸਲ ਖਰੀਦ ਸ਼ੁਰੂ ਹੋਈ ਹੈ, ਹਾਂਜੀ, ਇਹ 11-12 ਕਿਸਾਨ ਸੰਗਠਨਾਂ ਨੇ ਬਾਰਡਰ ਤੇ ਮੀਟਿੰਗ ਕੀਤੀ। ਜ਼ਿਆਦਾ ਹੀ ਹੋਣੇ ਆ। ਜੀ, ਬੂਟਾ ਸਿੰਘ ਬੁਰਜਗਿੱਲ ਸੀ ਉਹਦੇ 'ਚ। ਜੀ, ਬੂਟਾ ਸਿੰਘ ਬੁਰਜਗਿੱਲ ਤੇ ਬਾਕੀ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਕਿਸਾਨ ਦੇ ਖਾਤੇ 'ਚ ਡਾਇਰੈਕਟ ਪੇਮੈਂਟ ਜਾਵੇ। ਜੀ, ਇਹ ਮੰਗ ਸੀ ਇਹਨਾਂ ਦੀ। ਅੱਛਾ, ਤੇ ਜਦੋਂ ਅਸੀਂ ਉਹ ਲਾਗੂ ਕਰਤਾ, ਡਾਇਰੈਕਟ ਖਾਤੇ 'ਚ ਜਾਣ ਲੱਗੇ। ਕਿਸਾਨ ਬਹੁਤ ਖੁਸ਼ ਆ, ਕਹਿੰਦਾ ਮੋਦੀ ਜੀ ਨੇ ਬਹੁਤ ਵਧੀਆ ਕਰਤਾ ਇਹ। ਜੀ, ਇਹ ਕਹਿੰਦੇ ਸਾਡਾ ਪਾੜਾ ਪਾਉਂਦੇ ਹੋ ਜੀ ਆੜ੍ਹਤੀਆਂ ਨਾਲ, ਤੇ ਸਾਡੇ 'ਚ ਤੁਸੀਂ ਲੜਾਈ ਕਰਾਉਂਦੇ ਹੋ, ਸਾਡਾ ਅੰਦੋਲਨ ਕਮਜ਼ੋਰ ਕਰਦੇ ਹੋ। ਇਹ ਅਸੀਂ ਨਹੀਂ ਮੰਗਿਆ, ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ, ਹੁਣ ਗਲਤ ਆ ਇਹ। ਅੱਛਾ, ਤੇ ਤੁਸੀਂ ਕਹਦੇ ਹੋ ਜੀਜਾ ਚਿੜੀਆ ਜੀਜੋ, ਜੇ ਤੁਸੀਂ ਕਹਿ ਦਿਓ ਮਰ ਜਾ ਚਿੜੀਆ ਮਰ ਜਾਓ, ਤੇ ਤੁਸੀਂ ਕਿਸਾਨ ਨਾਲ ਬੇਈਮਾਨੀ ਕਰੀ ਜਾਓ। ਕਿਸਾਨ ਤਾਂ ਇਹ ਕਹਿੰਦਾ ਮੇਰੇ ਖਾਤੇ 'ਚ ਸਿੱਧਾ ਕਦੇ ਪੇਮੈਂਟ ਇੰਨੀ ਗਈ ਨਹੀਂ ਸੀ। ਇਹ ਫਾਇਦੇ ਨੇ ਮੋਦੀ ਜੀ ਦੇ। ਅਸੀਂ ਕਾਨੂੰਨ ਦੀ ਇੱਕ ਧਾਰਾ ਦੇ ਉੱਪਰ ਅਸੀਂ 10-10, 20 ਵਾਰ ਤਾਂ ਪੜ੍ਹ ਲਏ ਜੀ, ਪੜ੍ਹ ਕੇ ਉਹਦਾ ਮੱਥਾ ਵੀ ਫੋੜ ਲਿਆ ਕਿ ਇਹ ਬਿਨਾਂ ਹੀ ਗੱਲਬਾਤ ਤੋਂ ਕਹੀ ਜਾਂਦੇ ਕਾਨੂੰਨ ਗਲਤ ਨੇ, ਕਾਲੇ ਕਾਨੂੰਨ, ਕਾਲੇ ਕਾਨੂੰਨ। ਹੁਣ 760 ਸੰਗਠਨ ਕਹਿੰਦੇ ਆ ਕਿ ਗੋਰੇ ਕਾਨੂੰਨ ਆ ਜੀ, 24 ਕਰੋੜ ਕਿਸਾਨ 'ਚੋਂ 50,000 ਕਿਸਾਨ ਕਹਿੰਦਾ ਕਿ ਕਾਲੇ ਕਾਨੂੰਨ ਆ, ਬਾਕੀ ਕਿਸਾਨ ਕਹਿੰਦਾ ਕਿ ਗੋਰੇ ਕਾਨੂੰਨ ਆ। 4 ਜ਼ਿਲ੍ਹਿਆਂ ਦੇ ਪੰਜਾਬ ਦੇ ਤੇ 2 ਜ਼ਿਲ੍ਹਿਆਂ ਦੇ ਇੱਧਰਲੇ ਕਿਸਾਨਾਂ 'ਚ ਜ਼ਿਆਦਾ ਕਹਿੰਦੇ ਆ ਵੀ ਇਹ ਕਾਲੇ ਆ, ਕਿਉਂਕਿ ਇਹਦੇ 'ਚ ਦੇਖੋ ਇਹ ਜਿਹੜੀ ਜਥੇਬੰਦੀ ਹੈ ਨਾ ਉਗਰਾਹਾਂ, ਇਹ ਅਸਲ 'ਚ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਲੈਨਿਸਟ ਨਾਗੀ ਰੈਡੀ ਗਰੁੱਪ ਆ ਜੀ, ਇਹ। ਪਰ ਇਹਦਾ ਸੰਗਠਨ ਜਿਹੜਾ ਸੰਗਠਨ ਦੀ ਤਰ੍ਹਾਂ ਖੜਾ, ਅੱਛਾ, ਇਹਨੇ ਜਿਵੇਂ ਹੁਣ ਹਿਸਾਬ ਕਿਤਾਬ ਵੀ ਦਿੱਤਾ, ਕਿਸੇ ਕਿਸਾਨ ਸੰਗਠਨ ਨੇ ਨਹੀਂ ਦਿੱਤਾ। ਇਹਨੇ ਕਿਹਾ 25 ਕਰੋੜ ਰੁਪਏ ਮੈਂ ਇਕੱਠਾ ਕੀਤਾ, ਆਹ 25 ਕਰੋੜ ਖਰਚ ਕਰਤਾ, ਇੱਦਾਂ ਹਿਸਾਬ ਦਿੱਤਾ। ਚਾਹੇ ਉਹ ਗਲਤ ਦਿੱਤਾ ਜਾਂ ਸਹੀ ਦਿੱਤਾ, ਮੈਂ ਉਸ 'ਚ ਨਹੀਂ ਪੈਂਦਾ, ਕੁਝ ਦੱਸਿਆ ਤਾਂ ਹੈ ਕਿਸਾਨ ਨੂੰ ਵੀ, ਯਾਨੀ ਦਸਤਾਵੇਜ਼ ਹੀ ਤਾਂ ਪੂਰਾ ਕਰਤਾ। ਸੰਗਠਨ ਵੀ ਖੜਾ ਕੀਤਾ ਇਹਨੇ, ਇੱਕ ਬੰਦਾ ਜੋੜਿਆ ਜਿਵੇਂ ਅਸੀਂ ਜੋੜਦੇ ਹਾਂ ਜੀ, ਠੀਕ ਹੈ। ਤੇ ਉਹ ਮੈਂ ਮੰਨਦਾ ਕਿ ਸੰਗਠਨ ਕਈ ਵਾਰ ਉਹ ਗੱਲਾਂ ਵੀ ਸੰਗਠਨ ਵਾਲੀਆਂ ਕਰਦੇ ਆ, ਜਿਹੜੀਆਂ ਉਹ ਕੁਝ ਕਾਇਦੇ ਕਾਨੂੰਨ ਦੇ ਹੁੰਦੇ ਨੇ। ਮੈਂ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਮੈਂ ਉਹਦਾ ਵਿਰੋਧੀ ਹਾਂ ਵਿਚਾਰਧਾਰਾ ਦਾ, ਪਰ ਸੰਗਠਨ ਤਾਂ ਹੈਗਾ ਨਾ, ਐਵੇਂ ਹੀ ਕਿਸੇ ਨੂੰ ਕਹੀ ਜਾਓ ਉਹਦਾ ਠੀਕ ਨਹੀਂ। ਵੀ ਯਾਨੀ ਦੂਸਰੇ ਕਿਸਾਨ ਸੰਗਠਨਾਂ ਤੋਂ ਠੀਕ ਹੈ। ਹੁਣ ਸੁਣੋ ਗੱਲ, ਹਾਂਜੀ, ਇਹੀ ਜਿਹੜੇ ਕਾਲੇ ਕਾਨੂੰਨ ਕਹਿੰਦੇ ਆ, ਹਾਂਜੀ, 14 ਅਗਸਤ 2017 ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕੀਤੇ ਜੀ, ਪਾਸ ਕਰਕੇ ਲਾਗੂ ਨੇ ਪੰਜਾਬ 'ਚ ਉਹ। ਅੱਛਾ ਜੀ, ਜਿਹੜਾ ਉਗਰਾਹਾਂ ਆ ਕੇ ਪਟਿਆਲੇ ਬੈਠਾ ਧਰਨੇ ਤੇ ਇਸ ਗੱਲ ਤੇ ਬੈਠਾ ਜੀ, ਕਿ ਉਹ ਜਿਹੜੇ ਕਾਲੇ ਕਾਨੂੰਨ ਤੁਸੀਂ ਕਹਿੰਦੇ ਹੋ ਉਹ ਰੱਦ ਕਰੋ ਪੰਜਾਬ ਵਾਲਿਓ ਪਹਿਲਾਂ। ਅੱਛਾ ਪੂਰੇ ਦੇਸ਼ 'ਚ ਲਾਗੂ ਨਹੀਂ ਹੈ, ਸੁਪਰੀਮ ਕੋਰਟ ਨੇ ਹੋਲਡ ਤੇ ਪਾਏ ਹੋਏ ਆ ਜੀ, ਇੱਥੇ ਲਾਗੂ ਨੇ। ਕਿਉਂ ਲਾਗੂ ਕੀਤੇ ਜੇ ਕਾਲੇ ਸੀ ਬਈ? ਅਮਰਿੰਦਰ ਸਿੰਘ, ਤੂੰ ਰਾਜਨੀਤਿਕ ਆਤੰਕਵਾਦ ਪੰਜਾਬ 'ਚ ਫੈਲਾ ਰਿਹਾ, ਤੇਰਾ ਬਰਦ ਹਸਤਾ ਇਹ ਗੁੰਡਾ ਗਰੋਹਾਂ ਨੂੰ, ਔਰ ਤੂੰ ਬੀਜੇਪੀ ਦੇ ਵਰਕਰਾਂ ਦੇ ਘਰ ਬੰਦ ਕਰਵਾ ਰਿਹਾ, ਉਹਨਾਂ ਦੀਆਂ ਦੁਕਾਨਾਂ ਬੰਦ ਕਰਵਾ ਰਿਹਾ। ਨਹੀਂ ਕਹਿ ਰਹੇ ਹੋ ਪਾਰਟੀ ਛੱਡੋ, ਕਦੇ ਵੀ ਆਤੰਕਵਾਦ ਦੇ ਸਮੇਂ 'ਚ ਇਹ ਨਹੀਂ ਸੀ ਹੋਇਆ ਕਿ ਪਾਰਟੀ ਛੱਡੋ, ਪਾਰਟੀ ਛੱਡੋ। ਕੋਈ ਕਿਸੇ ਨੇ ਨਹੀਂ ਸੀ ਕਿਹਾ ਕਿ ਨਹੀਂ ਗੋਲੀ ਮਾਰ ਦਿਆਂਗੇ। ਉਹ ਆਪਦਾ ਇਹ ਠੀਕ ਆ, ਬੰਦੇ ਨਜਾਇਜ਼ ਮਾਰਦੇ ਸਭ ਕੁਝ ਕਰਦੇ, ਆਤੰਕਵਾਦੀ ਅੱਛੇ ਨਹੀਂ ਹੁੰਦੇ, ਦੇਸ਼ ਦੇ ਦੁਸ਼ਮਣ ਨੇ ਉਹ, ਸਮਾਜ ਦੇ ਦੁਸ਼ਮਣ ਨੇ ਉਹ, ਪਰ ਉਹਨਾਂ ਨੇ ਵੀ ਆ ਨਹੀਂ ਸੀ ਕੀਤਾ। ਇਹ ਤਾਂ ਆਤੰਕਵਾਦੀਆਂ ਤੋਂ ਉੱਪਰ ਜਾ ਕੇ ਬੀਜੇਪੀ ਦੇ ਵਰਕਰਾਂ ਤੇ ਰਾਜਨੀਤਿਕ ਆਤੰਕਵਾਦ ਫੈਲਾਇਆ ਜਾ ਰਿਹਾ। ਇਹ ਰਾਜਨੀਤਿਕ ਆਤੰਕਵਾਦ ਆ ਪੰਜਾਬ ਦੇ ਅੰਦਰ। ਐਮਐਲਏ ਦੇ ਮੌਬ ਲਿੰਚਿੰਗ ਹੋ ਗਈ, ਆ ਹਿਊਮਨ ਰਾਈਟਸ ਐਕਟਿਵਿਸਟ ਕਿੱਥੇ ਗਏ? ਮੈਂ ਉਹਨਾਂ ਨੂੰ ਪੁੱਛਦਾ, ਉਹਨਾਂ ਦੀਆਂ 2-2 ਪਰਿਭਾਸ਼ਾ ਹੋ ਗਈਆਂ। ਜੇ ਬੀਜੇਪੀ ਦੇ ਐਮਐਲਏ ਦੀ ਵਿਧਾਨ ਸਭਾ ਨੰਗੀ ਹੋਈ ਆ, ਉਹ ਪੰਜਾਬ ਦੇਸ਼ ਦਾ ਲੋਕਤੰਤਰ ਨੰਗਾ ਹੋਇਆ, ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ ਇਹ। ਕੈਪਟਨ ਅਮਰਿੰਦਰ ਸਿੰਘ ਨੇ ਲੋਕਤੰਤਰ ਦਾ ਅਪਮਾਨ ਕਰਵਾਇਆ, ਤੇ ਉੱਥੇ ਜਾ ਕੇ ਡੱਲੇਵਾਲ ਕਿਸਾਨ ਲੀਡਰ ਇਹਨਾਂ ਚੋਂ ਇੱਕ ਕਹਿ ਰਿਹਾ ਕਿ ਇਹ ਕ੍ਰਿਮੀਨਲ ਜਿਨ੍ਹਾਂ ਨੇ ਇਹ ਕੰਮ ਕੀਤਾ, ਮੌਬ ਲਿੰਚਿੰਗ ਕੀਤੀ, ਉਹਨਾਂ ਨੂੰ ਛੱਡੋ। ਔਰ ਇਹ ਹਿਊਮਨ ਰਾਈਟਸ ਐਕਟਿਵਿਸਟ ਚੁੱਪ ਨੇ। ਮੌਬ ਲਿੰਚਿੰਗ ਤੇ ਨਹੀਂ ਤਾਂ ਰੌਲਾ ਬਹੁਤ ਪਾਉਂਦੇ ਹੁੰਦੇ ਆ, ਤੇ ਇੱਕ ਵਿਧਾਇਕ ਦੇ ਨਾਲ ਇਹ ਹੋ ਜਾਣਾ। ਤੇ ਇਹ ਕੀ ਆ? ਦੋਹਰੇ ਚਿਹਰੇ ਨੇ, ਦੋਹਰੇ ਮਾਪਦੰਡ ਨੇ ਇਹਨਾਂ ਦੇ, ਤੇ ਇਹ ਦੇਸ਼ ਦੇ ਦੁਸ਼ਮਣ ਨੇ ਅਸਲ, ਜਿਹੜੇ ਦੇ ਦੋਹਰੇ ਚਿਹਰੇ ਰੱਖਦੇ ਆ। ਹੁਣ ਕਿਸਾਨਾਂ ਨੇ ਇੱਕ ਪੱਤਰ ਵੀ ਲਿਖਿਆ, ਤੇ ਹੁਣ ਲੱਗਦਾ ਕਿ ਕੋਈ ਇਹ ਗੱਲਬਾਤ ਦਾ ਡੈਡਲੌਕ ਜੋ ਕਾਫੀ ਸਮੇਂ ਤੋਂ ਲੱਗਿਆ ਹੋਇਆ ਵੀ ਖੁੱਲ ਜਾਏਗਾ। ਕਿਸਾਨਾਂ ਨੇ ਪੱਤਰ ਕਿਉਂ ਲਿਖਿਆ ਜੀ? ਜੀ, ਉਹਦੇ 'ਚ ਵੀ ਜੋਗਿੰਦਰ ਯਾਦਵ ਵਰਗਿਆਂ ਦੀ ਸ਼ਰਾਰਤ ਆ। ਕੀ ਆ ਕਿ ਮੀਡੀਆ ਨੇ ਕਵਰੇਜ ਦੇਣੀ ਬੰਦ ਕਰਤੀ ਸੀ ਜੀ, ਇਹਨਾਂ ਦਾ ਪਬਲਿਕ ਦੀ ਅਟੈਂਸ਼ਨ ਲਈ। ਇਹਨਾਂ ਨੇ ਕਿਹਾ ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ, ਇਹਨਾਂ ਨੇ ਚੱਕ ਕੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਤਾ। ਜੇ ਉਹ ਪੱਤਰ ਲਿਖਣਾ ਸੀ ਤਾਂ ਉਹ ਕਿੱਥੇ ਲਿਖਣਾ ਸੀ?
ਉਹ ਐਗਰੀਕਲਚਰ ਮਿਨਿਸਟਰ ਨੇ ਇਹਨਾਂ ਨੂੰ ਆਖਰੀ ਮੀਟਿੰਗ 'ਚ ਕਿਹਾ ਸੀ ਕਿ ਭਾਈ ਆਪਾਂ 7-7 ਘੰਟੇ ਬੈਠ ਲਏ, ਸਾਰੀਆਂ ਗੱਲਾਂ ਡਿਸਕਸ ਕਰ ਲਈਆਂ, ਤੁਸੀਂ ਕੋਈ ਗੱਲ ਬੰਦਿਆਂ ਵਾਲੀ ਕਰਦੇ ਨਹੀਂ ਹੈਗੇ, ਤੁਸੀਂ ਕਦੇ ਮੂੰਹ ਤੇ ਉਂਗਲੀ ਰੱਖ ਲੈਂਦੇ ਹੋ ਜੈਸ ਔਰ ਨੋ, ਕਦੇ ਤੁਸੀਂ ਕਹਿੰਦੇ ਹੋ ਕਿ ਜਿੱਤਾਂਗੇ ਜਾਂ ਮਰਾਂਗੇ, ਤਖਤੀ ਲੈ ਕੇ ਬੈਠ ਜਾਂਦੇ ਹੋ, ਕਦੇ ਕੁਰਸੀ ਘੁਮਾ ਕੇ ਬੈਠ ਜਾਂਦੇ ਹੋ ਪਿੱਠ ਕਰਕੇ। ਮੰਤਰੀਆਂ ਦਾ ਅਨਾਦਰ ਕਰਦੇ ਸੀ ਤੇ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ। ਮੈਂ ਉਹਨਾਂ ਦੀ ਟੋਲਰੈਂਸ ਨੂੰ ਵੀ ਦਾਤ ਦਿੰਦਾ, ਸਹਿਨਸ਼ੀਲਤਾ ਇੰਨੀ ਹੈ ਨਰਿੰਦਰ ਸਿੰਘ ਤੋਮਰ ਦੀ, ਮੈਂ ਉਸ ਨੂੰ ਦਾਤ ਦਿੰਦਾ। ਤੇ ਉਹ ਕਹਿੰਦੇ ਵੀ ਅਸੀਂ ਸੁਣ ਲਈਆਂ, ਹੁਣ ਜੇ ਕੋਈ ਹੋਰ ਗੱਲ ਹੋਵੇ, ਐਕਸੈਪਟੇਬਲ ਪ੍ਰਪੋਜ਼ਲ ਹੋਵੇ ਤਾਂ ਤੁਸੀਂ ਲੈ ਕੇ ਆ ਜਾਓ, ਅਸੀਂ ਤੁਹਾਡੀਆਂ ਗੱਲਾਂ ਸੁਣਾਂਗੇ। ਤੇ ਇਹਨਾਂ ਨੇ ਐਗਰੀਕਲਚਰ ਮਿਨਿਸਟਰ ਨੂੰ ਲਿਖਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਪੱਤਰ ਜਾਣ ਕੇ ਲਿਖਿਆ। ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ। ਤੁਸੀਂ ਇੱਕ ਚੀਜ਼ ਅੱਜ ਤੁਹਾਨੂੰ ਮੈਂ ਦੱਸਦਾ, ਪਾਰਲੀਮੈਂਟ ਦੇ ਅੰਦਰ ਡਾਕਟਰ ਰਾਮ ਮਨੋਹਰ ਲੋਹੀਆ ਸਮਾਜਵਾਦੀ ਲੀਡਰ ਹੋਏ ਜੀ। ਉਹ ਕੀ ਕਰਦੇ ਸੀ, 24 ਘੰਟੇ ਉਹਨਾਂ ਨੇ ਪਾਰਲੀਮੈਂਟ 'ਚ ਖੜੇ ਹੋਣਾ, ਨਹਿਰੂ ਨੇ ਇਹ ਕਰ ਦਿਆ, ਨਹਿਰੂ ਨੇ ਇਹ ਕਰ ਦਿਆ, ਨਹਿਰੂ ਦੇ ਖਿਲਾਫ ਬੋਲਦੇ ਸੀ, ਪੰਡਿਤ ਜਵਾਹਰ ਲਾਲ ਨਹਿਰੂ ਦੇ। ਜੀ ਸਮਝ ਗਏ। ਉਹਨਾਂ ਦੀ ਪਾਰਟੀ ਦੇ ਲੋਕਾਂ ਨੇ ਇੱਕ ਦਿਨ ਉਹਨਾਂ ਨੂੰ ਬੁਲਾਇਆ, ਮੀਟਿੰਗ ਚੱਲ ਰਹੀ ਸੀ, ਸਮਾਜਵਾਦੀਆਂ 'ਚ ਖੁੱਲੀ ਡਿਸਕਸ਼ਨ ਹੁੰਦੀ ਹੈ। ਹਾਂਜੀ। ਉਹਨਾਂ ਨੇ ਕਿਹਾ लोहिया जी, देश की समस्याएं और भी हैं, आप एक पंडित जवाहरलाल नेहरू के खिलाफ क्यों बोलते हो, इससे लोग बुरा मानते हैं जी। वो कहते तुसी सारे मूर्ख हो। क्यों? वो कहते ਜਦੋਂ तक नेहरू ਦਾ ਚਿਹਰਾ ਨਹੀਂ ਖਰਾਬ ਹੋਏਗਾ ਉਦੋਂ ਤੱਕ ਕਾਂਗਰਸ ਨਹੀਂ ਹਾਰੇਗੀ। ਇਹਨਾਂ ਨੂੰ ਇਹ ਪਤਾ ਕਿ ਜਦੋਂ ਤੱਕ ਮੋਦੀ ਦਾ ਚਿਹਰਾ ਨਹੀਂ ਖਰਾਬ ਕਰਾਂਗੇ ਉਦੋਂ ਤੱਕ ਭਾਜਪਾ ਨਹੀਂ ਹਾਰਨੀ। ਨਾ ਤਾਂ 7 ਸਾਲ ਦੇ ਅੰਦਰ ਕੋਈ ਸਾਡੇ ਤੇ ਕਰਪਸ਼ਨ ਚਾਰਜ ਲੱਗਿਆ, ਨਾ 7 ਸਾਲ 'ਚ ਕੋਈ ਹੋਰ ਚਾਰਜ ਸਾਡੇ ਤੇ ਲੱਗਿਆ। ਇਹਨਾਂ ਨੇ ਕਿਸਾਨ ਦਾ ਮੋਢਾ ਲੱਭ ਲਿਆ। ਉਹ ਮੋਢਾ ਲੱਭ ਕੇ ਇਹ ਕਾਂਗਰਸ ਵੀ, ਇਹ ਆਮ ਆਦਮੀ ਵੀ, ਇਹ ਅਕਾਲੀ ਦਲ ਵੀ ਔਰ ਇਹ ਮਾਓਵਾਦੀ ਵੀ, ਇਹ ਬਾਕੀ ਵੀ ਇਹਨਾਂ ਦੇ ਵਿਦੇਸ਼ੀ ਸਾਥੀ ਔਰ ਵਿੱਚੇ ਆਤੰਕਵਾਦੀ ਵੀ, ਜਿੰਨੇ ਨੇ ਸਭ ਇਕੱਠੇ ਹੋ ਗਏ। ਇਹਨਾਂ ਨੇ ਕਿਸਾਨ ਦਾ ਮੋਢਾ ਲੱਭ ਕੇ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਲੱਗੇ। ਨਹੀਂ ਕਰ ਸਕਦੇ। ਮੈਂ ਕਹਿੰਦਾ ਜਿੱਤ ਸੱਚ ਦੀ ਹੁੰਦੀ ਹੈ। ਗੁਰੂ ਨਾਨਕ ਦੇਵ ਨੇ ਕੀ ਕਿਹਾ, ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੇ ਅਸੀਂ ਸੱਚੇ ਮਨ ਨਾਲ ਮੋਦੀ ਜੀ ਨੇ ਕਾਨੂੰਨ ਬਣਾਇਆ, ਕਿਸਾਨ ਦੇ ਹਿੱਤ 'ਚ ਬਣਾਇਆ, ਭਾਜਪਾ ਕਿਸਾਨ ਦੇ ਹਿੱਤ 'ਚ ਖੜੀ ਆ, ਤਾਂ ਜਿੱਤ ਸੱਚ ਦੀ ਹੋਣੀ ਹੈ। ਸਾਨੂੰ ਇਹ ਹਰਾ ਨਹੀਂ ਸਕਦੇ। ਇਹ ਅੱਜ ਵੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ, ਅਗਲੀਆਂ ਚੋਣਾਂ ਵੀ ਦੇਖ ਲਿਓ, ਤੀਜੀ ਵਾਰ ਮੋਦੀ ਜੀ ਪ੍ਰਧਾਨ ਮੰਤਰੀ ਹੋਣਗੇ ਇਸ ਦੇਸ਼ ਦੇ। ਤੁਹਾਡੀ ਗੱਲਬਾਤ ਤੋਂ ਇਹ ਲੱਗ ਰਿਹਾ ਹੈ ਕਿ ਕਿਸਾਨ ਕਹਿੰਦੇ ਹੈ ਕਾਨੂੰਨ ਰੱਦ ਕਰਨਾ, ਤੁਸੀਂ ਕਹਿੰਦੇ ਹੋ ਜੇ ਕੋਈ ਸੋਧ ਦੀ ਗੁੰਜਾਇਸ਼ ਹੈਗੀ ਉਹ ਆਪਾਂ ਕਰ ਸਕਦੇ ਹਾਂ, ਤੇ ਯਾਨੀ ਤੁਹਾਡਾ ਕਹਿਣ ਦਾ ਮਤਲਬ ਵੀ ਕਾਨੂੰਨ ਰੱਦ ਨਹੀਂ ਹੋਣੇ। ਨਹੀਂ, ਜਿੰਨੀਆਂ ਤਰਕਸੰਗਤ ਗੱਲਾਂ ਨੇ ਜੀ ਕਿਸਾਨ ਹਿੱਤ 'ਚ ਨੇ ਉਹ ਸਾਰੀਆਂ ਮੰਨੀਆਂ ਜਾਣਗੀਆਂ। ਮੈਂ ਕਿਸਾਨਾਂ ਨੂੰ ਖੁੱਲਾ ਸੱਦਾ ਦਿੰਦਾ ਕਿ ਤੁਹਾਡੇ ਲੀਡਰ ਇਹ ਸਾਰੇ ਨਹੀਂ ਬੇਈਮਾਨ ਜੀ। ਆ ਜਿਹੜੇ ਕਮਿਊਨਿਸਟ ਦੇ ਹੋ ਰਹੇ ਜੇ ਫਸੇ ਹੋਏ ਆ ਵਿੱਚ, ਜਿਹੜੇ ਅੰਦੋਲਨ ਨੂੰ 2024 ਤੱਕ ਲੈ ਕੇ ਜਾਣਾ ਚਾਹੁੰਦੇ ਆ ਜੀ। ਇਹ ਜੋਗਿੰਦਰ ਯਾਦਵ ਹੋਣੀ ਅੰਦੋਲਨ ਜੀਵੀ ਨੇ, ਜਿੱਥੇ ਅੰਦੋਲਨ ਦੇਸ਼ ਚੱਲੂ ਉੱਥੇ ਹੀ ਪਹੁੰਚ ਜਾਂਦੇ ਆ ਜੀ। ਜਿਹੜੇ ਕਿਸਾਨ ਲੀਡਰ ਫੈਸਲਾ ਕਰਨਾ ਚਾਹੁੰਦੇ ਆ, ਜਿਹੜੇ ਸਧਾਰਨ ਕਿਸਾਨ ਹਿੱਤ 'ਚ ਫੈਸਲਾ ਕਰਨਾ ਚਾਹੁੰਦੇ ਆ, ਸਰਕਾਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਔਰ ਮੰਨ ਰਹੀ ਹੈ। ਔਰ ਸਰਕਾਰ ਕਿਸਾਨਾਂ ਦੀ ਪੂਰਕ ਆ, ਕਿਸਾਨ ਸਰਕਾਰ ਦੀ ਆ, ਸਰਕਾਰ ਕਿਸਾਨਾਂ ਦੀ ਹੈ। ਤੇ ਕਿਸਾਨਾਂ ਦੇ ਹਿੱਤਾਂ ਦੀ ਪੂਰਕ ਸਰਕਾਰ ਆ, ਸਰਕਾਰ ਦੇ ਪੂਰਕ ਕਿਸਾਨ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਚਿੱਠੀ ਐਗਰੀਕਲਚਰ ਮਿਨਿਸਟਰ ਨੂੰ ਲਿਖਣੀ ਸੀ, ਪ੍ਰਧਾਨ ਮੰਤਰੀ ਨੂੰ ਲਿਖਦੀ। ਹੁਣ ਉਹ ਗੱਲਬਾਤ ਤੁਰੂ ਕਿ ਨਹੀਂ ਤੁਰੂ? ਲਿਖਤੀ ਬੇਈਮਾਨੀ ਨਾਲ ਲਿਖੀ ਕਿ 3 ਕਾਲੇ ਕਾਨੂੰਨ ਰੱਦ ਕਰੋ। ਹਾਂਜੀ। ਐਕਸੈਪਟੇਬਲ ਪ੍ਰਪੋਜ਼ਲ ਤਾਂ ਦਿੱਤੀ ਨਹੀਂ। ਅੱਛਾ, ਪ੍ਰਪੋਜ਼ਲ ਕੋਈ ਨਹੀਂ ਦਿੱਤੀ। ਬਈ ਗੱਲ ਕਾਹਦੇ ਲਈ ਕਰਨੀ ਹੈ ਫਿਰ? ਹਾਂ, ਫਿਰ ਗੱਲ ਹੋਣ ਦੀ ਸੰਭਾਵਨਾ ਨਹੀਂ। ਸਰਕਾਰ ਕਹਿੰਦੀ ਨਹੀਂ ਕਰਨੇ, ਕਹਿੰਦੇ ਕਰਾਉਣੇ ਆ ਤਾਂ ਨਹੀਂ ਹੋਣੀ ਗੱਲ, ਗੱਲ ਖਤਮ। ਯਾਨੀ ਗੱਲ ਹੋਣ ਦੀ ਕੋਈ ਸੰਭਾਵਨਾ ਨਹੀਂ ਹਜੇ ਇਸ ਮੁੱਦੇ ਤੇ, ਜਿਸ ਤਰ੍ਹਾਂ ਇਹ ਕਰ ਰਹੇ ਆ। ਇਦਾਂ ਨਹੀਂ ਹੋਣੀ। ਉਹ ਕਰ ਰਹੇ, ਗੱਲਬਾਤ ਵੀ ਕਰ ਰਹੇ, ਅੰਦਰ ਮਿਲ ਵੀ ਰਹੇ ਆ ਸਾਰੇ ਜੀ। ਮੈਂ ਤੁਹਾਨੂੰ ਦੱਸ ਦਿੰਦਾ, ਗੁਪਤ ਮਿਲ ਰਹੇ ਆ। ਠੀਕ ਹੈ ਜੀ। ਇਹ ਬੇਈਮਾਨ ਨੇ, ਬੇਸਿਕਲੀ ਬੇਈਮਾਨ ਨੇ। ਅੱਛਾ ਜੀ। ਹਾਂ, ਇਹ ਬੇਈਮਾਨ ਕਿਸਾਨ ਦਾ ਤੇ ਦੇਸ਼ ਦਾ ਨੁਕਸਾਨ ਕਰਨ ਵਾਲੇ ਨੇ। ਮੈਂ ਇਹ ਸਾਫ਼ ਕਹਿਣਾ, ਸਪਸ਼ਟ ਗੱਲ ਆ। ਇਹ ਮੇਰਾ 6 ਮਹੀਨੇ ਦਾ ਤਜਰਬਾ ਇਹ ਕਹਿੰਦਾ ਜੀ। ਔਰ ਇਹ ਜਿਹੜਾ ਬੋਲਦਾ ਉਹਨੂੰ ਕਹਿੰਦਾ ਤੈਨੂੰ ਮਾਰ ਦਿਆਂਗੇ, ਤੈਨੂੰ ਬੋਲਣ ਨਹੀਂ ਦੇਣਾ। ਅਰੇ ਡੈਮੋਕ੍ਰੇਸੀ ਹੈ, ਜੇ ਤੁਸੀਂ ਬੋਲ ਸਕਦੇ ਹੋ ਅਸੀਂ ਨਹੀਂ ਬੋਲ ਸਕਦੇ, ਕਿੱਦਾਂ ਰੋਕੋਗੇ ਤੁਸੀਂ? ਚਲੋ, ਤੁਸੀਂ 6 ਮਹੀਨੇ ਦੀ ਗੱਲ ਕੀਤੀ ਹੈ। 6 ਮਹੀਨੇ ਦੇ ਬਾਅਦ ਕਾਲਾ ਦਿਵਸ ਮਨਾਇਆ ਗਿਆ, ਬਹੁਤ ਗਿਣਤੀ ਪੰਜਾਬ। ਉਹ ਵੀ ਸੁਣ ਲਓ ਗੱਲ ਜੀ। ਜੇ ਹੋਲੀ ਆ ਗਈ ਤਾਂ ਉਹ ਵੀ ਕਾਲੀ, ਜੇ ਦੀਵਾਲੀ ਆ ਗਈ ਉਹ ਵੀ ਕਾਲੀ ਜੀ। ਜੇ ਬੁੱਧ ਪੂਰਨਿਮਾ ਜਿਹਨੇ ਪੂਰੀ ਦੁਨੀਆ ਨੂੰ ਰੋਸ਼ਨ ਕੀਤਾ, ਉਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਬੁੱਧ ਪੂਰਨਿਮਾ ਤੇ ਉਹ ਵੀ ਕਾਲੀ। ਔਰ ਡਾਕਟਰ ਅੰਬੇਡਕਰ ਤੇ ਪੂਰਾ ਦਲਿਤ ਸਮਾਜ ਉਹਨਾਂ ਦਾ ਪੈਰੋਕਾਰ, ਫੋਲੋਵਰ ਨੇ ਉਹਨਾਂ ਦੇ ਜੀ, ਉਹ ਵੀ ਕਾਲਾ। ਇਹਨਾਂ ਨੇ ਕਿਸੇ ਦਿਨ ਈਦ ਕਾਲੀ ਕਹਿ ਕੇ ਦੱਸਣ, ਫਿਰ ਇਹਨਾਂ ਨੂੰ ਸਮਝ ਦੇ ਦੇਣਗੇ, ਉਹ ਅਕਲ ਦੇ ਦੇਣਗੇ, ਇਹਨਾਂ ਨੂੰ ਬੁੱਧੀ ਆ ਜੂ ਇਹਨਾਂ ਦੀ ਠਿਕਾਣੇ। ਉਹ ਨਹੀਂ ਕਹਿ ਸਕਦੇ। ਤੇ ਇਹ ਹਿੰਦੂ ਤਿਉਹਾਰਾਂ ਨੂੰ ਹੀ ਮਿਲਦਾ, ਇਹ ਬਾਕੀ ਬੁੱਧ ਧਰਮ ਨੂੰ ਹੀ ਤੁਹਾਨੂੰ ਇਦਾਂ ਦੀਆਂ ਗੱਲਾਂ ਕਰਨ ਨੂੰ ਮਿਲਦੀਆਂ ਨੇ। ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੈ, ਤੁਹਾਨੂੰ ਸਮਝ ਨਹੀਂ ਹੈ। ਇੱਕ ਦਿਨ ਅੱਗੇ ਪਿੱਛੇ ਨਹੀਂ ਕਰ ਸਕਦੇ ਸੀ, ਕੋਈ ਸੰਸਕਾਰ ਨਹੀਂ ਹੈ, ਕੋਈ ਮਰਿਆਦਾ ਨਹੀਂ ਹੈ ਤੁਹਾਡੀ। ਤੁਸੀਂ ਜੋ ਮਰਜ਼ੀ ਕਰ ਲਓ,
ਤੁਸੀਂ ਪ੍ਰਧਾਨ ਮੰਤਰੀ ਨੂੰ ਜੋ ਮਰਜ਼ੀ ਬੋਲਦੇ ਹੋ, ਔਰ ਰਾਜੇਵਾਲ ਦੇਖੋ ਐਂ ਬੋਲਦਾ ਜਿਵੇਂ ਡਿਕਟੇਟਰ ਹੁੰਦਾ। ਉਹ ਤੈਨੂੰ ਪੱਟ ਦਿਆਂਗੇ, ਅਸੀਂ ਤੁਹਾਨੂੰ ਬੰਗਾਲ 'ਚ ਮੰਨਿਆ, ਅਸੀਂ ਤੁਹਾਨੂੰ ਉੱਤਰ ਪ੍ਰਦੇਸ਼ 'ਚ ਮੰਨਾਂਗੇ, ਅਸੀਂ ਤੁਹਾਨੂੰ ਉੱਤਰਾਖੰਡ 'ਚ ਮੰਨਾਂਗੇ। ਉਹ ਤੂੰ ਐਡਾ ਪਹਿਲਵਾਨ ਨਹੀਂ ਹੈ ਭਰਾਵਾ, ਤੇਰੀਆਂ ਵੀ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ, ਤੂੰ ਰਹਿਣ ਦੇ, ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਆ ਜਾ, ਅਸੀਂ ਬੰਗਾਲ ਦੇ ਅੰਦਰ 10% ਵੋਟਾਂ ਤੋਂ 37% ਵੋਟਾਂ ਤੇ ਆ ਗਏ। ਅਸੀਂ ਬੰਗਾਲ 'ਚ ਸਾਡੇ ਕੋਲ 200 ਸੀਟਾਂ ਸੀ, 3 ਸੀਟਾਂ ਤੇ ਅਸੀਂ ਸੀਗੇ, 77 ਸੀਟਾਂ ਤੇ ਆ ਗਏ। ਔਰ ਜਿਹੜੇ ਮਾਂਜੇ ਗਏ ਆ ਕਾਂਗਰਸ ਤੇ ਕਮਿਊਨਿਸਟ, ਉਹਨਾਂ ਨੂੰ ਪੁੱਛਦਾ ਨਹੀਂ, ਕਿਉਂਕਿ ਉਹਦੇ ਭਾਈਵਾਲ ਨੇ, ਕਾਂਗਰਸੀ ਤਾਂ ਉਹ ਹੈਗਾ ਹੀ ਆ। ਚਲੋ ਤੁਸੀਂ ਕਿਸਾਨ ਨੂੰ ਅੰਨਦਾਤਾ ਮੰਨਦੇ ਹੋ? ਹਾਂ ਹੈਗਾ। ਤੇ ਸੁਧੀਰ ਜਿਹੜੇ ਸੂਰੀ ਨੇ, ਉਹਨਾਂ ਨੇ ਕੱਲ ਕਿਹਾ ਕਿ ਸਦਾਨ ਤਾਂ ਉਪਦਾਤਾ ਕਰਤਾ ਹੋ ਗਿਆ, ਉਪਜ ਵਾਲਾ ਹੋ ਗਿਆ, ਉਹ ਅੰਨਦਾਤਾ ਮੰਨਦੇ ਨਹੀਂਗੇ। ਉਹ ਵੀ ਵੈਸੇ ਮੋਦੀ ਜੀ ਦੀ ਬਹੁਤ ਗੱਲਾਂ ਕਰ ਰਹੇ ਸੀਗੇ, ਉਹਨਾਂ ਦੇ ਬੜਾ ਵਿਵਾਦ ਹੋਇਆ ਕੱਲ। ਕੋਈ ਕੁਝ ਵੀ ਕਹਿੰਦਾ ਜੀ। ਦੇਖੋ, ਅੰਨਦਾਤਾ ਨੂੰ ਵੀ ਛੱਡੋ, ਸਾਰੀਆਂ ਚੀਜ਼ਾਂ ਨੂੰ ਛੱਡੋ ਜੀ। ਮੈਂ ਕਿਸਾਨਾਂ ਦੇ ਸੁਸਾਈਡਸ ਤੇ 3 ਵਾਰ ਸਰਵੇ ਕੀਤੇ ਨੇ ਜੀ। ਜੋ ਸਧਾਰਨ ਕਿਸਾਨ ਦੀ ਦੁਰਦਸ਼ਾ, ਜੀ। ਉਦੋਂ ਤਾਂ ਆਹ ਜਿਹੜੇ ਕਾਲੇ ਕਾਨੂੰਨ ਕਹਿੰਦੇ ਉਹ ਤਾਂ ਅੱਜ ਵੀ ਲਾਗੂ ਨਹੀਂ, ਹੋਲਡ ਤੇ ਨੇ, ਜੀ। ਸਿਰਫ ਪੰਜਾਬ 'ਚ ਹੀ ਲਾਗੂ ਨੇ। ਜੀ। ਠੀਕ ਹੈ, ਉਹ ਤਾਂ ਉਹ ਕੈਪਟਨ ਅਮਰਿੰਦਰ ਦੀ ਦੇਣ ਆ, ਸੋਨੀਆ ਗਾਂਧੀ ਦੀ ਦੇਣ। ਅੱਛਾ ਜੀ। ਉਹ ਤਾਂ ਹੋਲਡ ਤੇ ਨੇ। ਪਰ ਉਸ ਤੋਂ ਬਿਨਾਂ ਵੀ ਪਹਿਲਾਂ ਮੈਂ ਸਨ 80 ਤੋਂ ਲੈ ਕੇ ਅਸੀਂ ਕਰਦੇ ਹਾਂ। ਜੀ ਸਾਹਿਬ SSP ਰਹੇ ਨੇ, ਉਹ ਵੀ ਕਰਦੇ ਰਹੇ ਆ, ਵਿਧਾਇਕ ਵੀ ਬਣੇ ਬਾਅਦ 'ਚ। ਜੀ। ਇੱਧਰ ਜ਼ਿਆਦਾ ਸੁਸਾਈਡ ਉਦੋਂ ਹੁੰਦੇ ਸੀ ਲਹਿਰੇ ਵਾਲੀ ਸਾਈਡ ਤੇ, ਅੰਨਦਾਨਾ ਵਗੈਰਾ ਇਹ ਪਿੰਡ ਨੇ। ਠੀਕ। ਤੇ ਉਹਨਾਂ 'ਚ 80 ਪਿੰਡਾਂ 'ਚ ਸਰਵੇ ਕੀਤਾ, ਫਿਰ ਉਸ ਤੋਂ ਬਾਅਦ ਕੀਤਾ, ਹੁਣ ਪਿੱਛੇ ਫੇਰ ਕੀਤਾ। ਤੁਸੀਂ ਜੇ ਸਰਵੇ ਕਰਨ ਜਾਓ, ਉਹ ਕਿਸਾਨਾਂ ਦੀ ਦੁਰਦਸ਼ਾ ਦੇਖੋ, ਉਹਨਾਂ ਦੀ ਐਸੀ ਹਾਲਤ ਹੈ ਕਿ ਤੁਹਾਨੂੰ ਦੂਜੇ ਦਿਨ ਆ ਕੇ ਨੀਂਦ ਨਹੀਂ ਆਊਗੀ। ਤੁਸੀਂ ਠੀਕ ਤਰ੍ਹਾਂ 2-3 ਦਿਨ ਤੁਹਾਡਾ ਮਨ ਠੀਕ ਨਹੀਂ ਹੋ ਸਕਦਾ। ਪਰ ਜਿਹੜੇ ਉਹ ਬੈਠੇ ਆ ਉਹ ਕਿਸਾਨ ਨਹੀਂ? ਕਿਸਾਨ ਨੇ, ਪਰ ਉਹ ਨਹੀਂ ਹੈਗੇ ਜਿਹੜੇ ਉਹ ਸੁਸਾਈਡ ਕਰ ਰਹੇ ਨੇ। ਉਹਨਾਂ ਚੋਂ ਬਹੁਤ ਘੱਟ ਉੱਥੇ ਤੱਕ ਜਾ ਹੀ ਨਹੀਂ ਸਕਦੇ ਵਿਚਾਰੇ। ਉਹਨਾਂ ਦੀ ਦਿੱਕਤ ਇਹ ਹੈਗੀ ਆ, ਉਹ ਕਿਹੜੇ ਕਾਨੂੰਨਾਂ ਨੇ ਕੀਤੀ, ਕਿਹੜੀ ਪਾਲਿਸੀ ਨੇ ਕੀਤੀ, ਕਿਹੜੀਆਂ ਨੀਤੀਆਂ ਨੇ ਕੀਤੀ। ਜਿਨ੍ਹਾਂ ਨੇ ਉਹ 70 ਸਾਲ 50 ਸਾਲ ਰਾਜ ਕਰ ਗਏ, ਉਹਨਾਂ ਨੂੰ ਪੁੱਛੋ ਜਾ ਕੇ ਇਹ ਕੀ ਕਰਕੇ ਗਏ ਹੋ, ਤੁਸੀਂ ਕਿਹੜੀਆਂ ਨੀਤੀਆਂ ਬਣਾ ਕੇ ਗਏ ਹੋ। ਅਜੇ ਸਾਡੀਆਂ ਤਾਂ ਲਾਗੂ ਹੀ ਨਹੀਂ ਹੋਈਆਂ, ਤੁਸੀਂ ਮੋਦੀ ਜੀ ਨੂੰ ਕਰੀ ਜਾਂਦੇ ਹੋ। ਇਹ ਗਲਤ ਸੂਚਨਾਵਾਂ ਦਿੰਦੇ ਆ ਇਹ ਜਿਹੜੇ ਕਿਸਾਨ ਲੀਡਰ ਨੇ, ਬੇਈਮਾਨ ਨੇ, ਸਿਆਸਤ ਤੋਂ ਪ੍ਰੇਰਿਤ ਨੇ। ਇਹ ਸਿਆਸਤ ਤੋਂ ਪ੍ਰੇਰਿਤ ਕੰਮ ਕਰਦੇ ਆ। ਇਹ ਕਾਂਗਰਸ ਤੇ ਕਮਿਊਨਿਸਟਾਂ ਨੂੰ ਤੇ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਮੋਢਾ ਲੱਭ ਗਿਆ ਕਿਸਾਨ ਦਾ। ਇਹ ਸਾਰੇ ਬੇਈਮਾਨ ਨੇ। ਇਹਨਾਂ ਬੇਈਮਾਨਾਂ ਦਾ ਵਿਰੋਧ ਕਰਨਾ ਹੋਊਗਾ। ਇਹਨਾਂ ਕਿਸਾਨਾਂ ਨੂੰ ਆ ਜਾਣ, ਮੈਂ ਖੁੱਲ੍ਹਾ ਸੱਦਾ ਦਿੰਦਾ, ਆਓ ਮੋਦੀ ਜੀ ਨੂੰ ਜਦੋਂ ਮਿਲਣਾ ਮਿਲਾ ਦਿੰਦੇ ਆ, ਜਦੋਂ ਅਮਿਤ ਸ਼ਾਹ ਜੀ ਨਾਲ ਬੈਠਣਾ ਬਿਠਾ ਦਿੰਦੇ ਆ। ਉਹ ਤੁਹਾਡੀਆਂ ਗੱਲਾਂ ਸੁਣਨ ਲਈ 24 ਘੰਟੇ ਤਿਆਰ ਨੇ। ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਤਿਆਰ ਨੇ। ਤੁਸੀਂ ਕੋਈ ਹੱਲ ਲੈ ਆਓ, ਕੋਈ ਐਕਸੈਪਟੇਬਲ ਪ੍ਰਪੋਜ਼ਲ ਲੈ ਆਓ। ਇਹਨਾਂ ਨੇ ਨਹੀਂ ਕਰਨਾ। ਇਹ ਬੇਈਮਾਨ ਨੇ। ਇਹਨਾਂ ਨੇ ਤਾਂ 80-80 ਲੱਖ ਦੀਆਂ ਗੱਡੀਆਂ ਖਰੀਦ ਲੀਆਂ ਤੇ ਪ੍ਰਾਪਰਟੀਆਂ ਬਣਾ ਲੀਆਂ, ਸਭ ਕੁਝ ਬਣਾ ਲਿਆ। ਕਿਸਾਨ ਪੈਸਾ ਦੇਈ ਜਾਂਦਾ। ਮੋਦੀ ਜੀ 2-2 ਹਜ਼ਾਰ ਉਹਨਾਂ ਦੇ ਖਾਤਿਆਂ 'ਚ ਪਾਉਂਦੇ ਆ। ਇਹ 2-2 ਹਜ਼ਾਰ ਉਹਨਾਂ ਤੋਂ ਲੈ ਗਏ ਤੇ ਉਹਦਾ ਹਿਸਾਬ ਕਿਤਾਬ ਨਹੀਂ ਹੈ। ਹਿਸਾਬ ਕਿਤਾਬ ਦੇਣ ਪਹਿਲਾਂ, ਕਿੱਥੋਂ ਪੈਸਾ ਆਇਆ, ਕਿੱਥੇ ਗਿਆ। ਇਹ ਤਾਂ ਬੇਈਮਾਨ ਨੇ। ਪੰਜਾਬ 'ਚ ਭਾਜਪਾ ਦਾ ਵਿਰੋਧ ਨਹੀਂ ਮੰਨਦੇ ਹੋ? ਜਿੰਨਾ ਮਰਜ਼ੀ ਵਿਰੋਧ ਕਰ ਲੈਣ, ਜਿੱਤ ਸੱਚ ਦੀ ਹੋਣੀ ਹੈ। ਅਸੀਂ ਸਭ ਜਗ੍ਹਾ ਜਾਵਾਂਗੇ, ਲੜਾਈ ਲੜਾਂਗੇ। ਬੰਗਾਲ ਦੇ ਅੰਦਰ ਸਾਡੇ 140 ਵਰਕਰ ਸ਼ਹੀਦ ਕਰਤੇ, ਉੱਥੇ ਵੀ ਅਸੀਂ ਲੜੀ ਆ। ਔਰ 10% ਤੋਂ 37% ਤੇ ਗਏ ਆ, 3 ਸੀਟਾਂ ਤੋਂ 77 ਤੇ ਗਏ ਆ। ਔਰ ਇਸੇ ਤਰ੍ਹਾਂ ਕਸ਼ਮੀਰ ਵੈਲੀ ਦੇ ਅੰਦਰ 26 ਸੀਟਾਂ ਸੀ ਵਿਧਾਨ ਸਭਾ ਦੀਆਂ, 26 ਤੇ ਅਸੀਂ ਹਰ ਵਾਰ ਕੈਂਡੀਡੇਟ ਖੜੇ ਕਰਦੇ ਸੀ। ਸਾਡੇ 5-7 ਕੈਂਡੀਡੇਟਾਂ ਨੂੰ ਸ਼ਹੀਦ ਕਰ ਦਿੰਦੇ ਸੀ ਅੱਤਵਾਦੀ। ਅਸੀਂ ਉੱਥੇ ਵੀ ਸਰਕਾਰ ਬਣਾਉਣ 'ਚ ਕਾਮਯਾਬ ਹੋਏ। ਔਰ ਅਸੀਂ ਇਸੇ ਤਰ੍ਹਾਂ ਬਾਕੀ ਜਗ੍ਹਾ ਤੇ ਵੀ ਅੱਜ ਵੀ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਵੀ ਅਸੀਂ ਇੱਕ ਵੱਡੀ ਧਿਰ ਬਣ ਕੇ ਉੱਭਰਨਾ, ਜ਼ੋਰ ਲਾ ਲੈਣ, ਸਾਨੂੰ ਰੋਕ ਨਹੀਂ ਸਕਦੇ। ਦਲਿਤ ਪੰਜਾਬ ਤੇ ਰਾਜ ਕਰੂਗਾ। ਇਹ ਅੱਜ ਮੈਂ ਕਹਿਣਾ, ਦਲਿਤ ਇਸ ਸੂਬੇ ਦਾ ਮੁੱਖ ਮੰਤਰੀ ਹੋਊਗਾ ਜਿਹੜਾ ਇਹਨਾਂ ਨੇ ਦਬਿਆ ਕੁਚਲਿਆ, ਜਿਹਨੂੰ ਦਬਾ ਕੇ ਰੱਖਿਆ। ਇਹ ਗੁਰੂ ਨਾਨਕ ਦੇਵ ਦੀ ਗੱਲ ਆ। ਗੁਰੂ ਨਾਨਕ ਦੇਵ ਨੇ ਇੱਕ ਪਾਸੇ ਮਲਿਕ ਭਾਗੋ ਆ ਗਿਆ, ਸਰਮਾਏਦਾਰਾਂ ਦਾ ਪ੍ਰਤੀਨਿਧੀ ਸੀ, ਲੁੱਟਣ ਵਾਲਿਆਂ ਦਾ ਪ੍ਰਤੀਨਿਧੀ ਸੀ, ਕੁੱਟਣ ਵਾਲਿਆਂ ਦਾ ਪ੍ਰਤੀਨਿਧੀ ਸੀ, ਜ਼ੁਲਮ ਕਰਨ ਵਾਲਿਆਂ ਦਾ ਪ੍ਰਤੀਨਿਧੀ ਸੀ। ਦੂਜੇ ਪਾਸੇ ਆ ਗਿਆ ਭਾਈ ਲਾਲੋ, ਕਿਰਤੀ ਕਾਮਾ ਮਜ਼ਦੂਰ ਗਰੀਬ ਸੀ। ਤੇ ਗੁਰੂ ਨਾਨਕ ਦੇਵ ਨੇ ਵੀ ਗਰੀਬ ਦੀ ਗੱਲ ਕੀਤੀ। ਜੇ ਇੱਕ ਇਨਸਾਨ ਨੇ ਨਰ ਤੋਂ ਨਰੈਣ ਹੋਣਾ ਹੋਵੇ, ਉਹਨੂੰ ਗਰੀਬ ਦੀ ਗੱਲ ਕਰਨੀ ਪੈਂਦੀ ਆ। ਭਾਜਪਾ ਗਰੀਬ ਦੀ ਗੱਲ ਕਰ ਰਹੀ ਆ, ਦਲਿਤ ਦੀ ਗੱਲ ਕਰ ਰਹੀ ਆ, ਜਿਹਦੇ ਤੇ ਜ਼ੁਲਮ ਹੁੰਦਾ ਉਹਦੀ ਗੱਲ ਕਰ ਰਹੀ ਆ। ਔਰ ਪੰਜਾਬ 'ਚ ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਇੱਥੇ ਦਲਿਤ ਅੱਗੇ ਆਊਗਾ ਔਰ ਭਾਜਪਾ ਹੀ ਅੱਗੇ ਆਊਗੀ, ਭਾਜਪਾ ਹੀ ਲੈ ਕੇ ਆਊ। ਇਹ ਜਿਹੜੇ ਪਰਿਵਾਰਾਂ ਦਾ ਰਾਜ ਕਰਨ ਵਾਲੇ ਆ, ਅਕਾਲੀ ਦਲ ਨੇ ਤਾਂ ਸੌਖਾ ਕੀਤਾ ਹੋਇਆ, ਗਿਣਤੀ ਨਹੀਂ ਛੱਡੀ, ਇੱਕੋ ਹੀ ਪਰਿਵਾਰ ਦਾ ਰਾਜ ਆ। ਔਰ ਕਾਂਗਰਸ ਨੇ ਜਦੋਂ ਵੀ ਆਉਂਦੀ ਆ, ਚਾਹੇ MLA 90 ਬਣਾ ਦਿਓ ਤੁਸੀਂ, 27 ਪਰਿਵਾਰਾਂ ਦਾ ਰਾਜ ਆ। ਉਹਦੇ 'ਚੋਂ ਮੁੱਖ ਮਿਨਿਸਟਰ, ਉਹਦੇ 'ਚੋਂ ਮਿਨਿਸਟਰ। ਇਹ ਵੀ ਪਰਿਵਾਰਕ ਪਾਰਟੀ ਹੈ। ਸਿਰਫ ਇੱਕ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਹਦੇ 'ਚ ਸਧਾਰਨ ਗਰੀਬ ਕਹਿ ਸਕਦਾ ਕਿ ਮੈਂ ਰਾਜ ਕਰੂੰਗਾ। ਤੁਸੀਂ ਤਾਂ ਦੁਬਾਰਾ ਬੜੇ ਜੋਸ਼ ਨਾਲ ਕਹਿਤਾ ਕਿ
ਭਾਜਪਾ ਦਲਿਤ ਸੀਐਮ ਦੀ ਗੱਲ ਕਰਦੀ ਹੈ, ਪਰ ਮੇਰੀ ਦਿਨੇਸ਼ ਕੁਮਾਰ ਜੀ ਜੋ ਪੰਜਾਬ ਦੇ ਸੰਗਠਨ ਮੰਤਰੀ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਉਹ ਸਪਸ਼ਟ ਨਹੀਂ ਇਸ ਨੀਤੀ ਤੇ, ਉਹ ਕਹਿੰਦੇ ਵੀ ਜਦੋਂ ਮੌਕੇ ਤੇ ਗੱਲ ਆਊਗੀ ਫਿਰ ਦੇਖਾਂਗੇ ਅਸੀਂ। ਇੱਦਾਂ ਇਹ ਉਹਨਾਂ ਨੇ ਠੀਕ ਕਿਹਾ, ਹਾਂਜੀ। ਸੈਂਟਰਲ ਪਾਰਲੀਮੈਂਟਰੀ ਬੋਰਡ ਨੇ ਕਰਨਾ ਹੁੰਦਾ, ਪਰ ਦਿਨੇਸ਼ ਕੁਮਾਰ ਜੀ ਨੇ ਹੀ ਇਹ ਗੱਲ ਸ਼ੁਰੂ ਕੀਤੀ। ਪਹਿਲਾਂ ਉਹਨਾਂ ਨੇ ਕਿਹਾ ਕਿ ਦਲਿਤ ਸੀਐਮ ਬਣੂਗਾ, ਤੇ ਉਸ ਤੋਂ ਬਾਅਦ ਮੈਂ ਕਹਿ ਰਿਹਾ ਮੈਨੂੰ ਪਤਾ ਕਿ ਸਾਡੀ ਹਾਈ ਕਮਾਂਡ ਦੀ ਸੋਚ ਕੀ ਹੈ ਜੀ, ਇਸ ਕਰਕੇ ਮੈਂ ਕਹਿ ਰਿਹਾ ਇਹ ਪੱਕੀ ਗੱਲ ਆ ਕਿ ਦਲਿਤ ਹੀ ਸੀਐਮ ਬਣੂਗਾ ਜੇ ਭਾਜਪਾ ਰੂਲ ਕਰੂਗੀ। ਤੁਸੀਂ ਕਹਿੰਦੇ ਪੰਜਾਬ 'ਚ ਕੋਈ ਵਿਰੋਧ ਨਹੀਂ, ਅਕਾਲੀ ਦਲ ਤੁਹਾਡੇ ਤੋਂ ਵੱਖਰਾ ਹੋ ਗਿਆ, ਕਾਲੇ ਝੰਡਿਆਂ ਦਾ ਵਿਰੋਧ ਹੋ ਗਿਆ, ਤੇ ਤੁਸੀਂ ਹੁਣ 2022 ਦੀਆਂ ਚੋਣਾਂ ਕਿਹੜੇ ਤਰੀਕੇ ਨਾਲ ਲੜੋਗੇ, ਕਿਹੜੇ ਏਜੰਡੇ ਲੈ ਕੇ ਜਾਓਗੇ? ਲਓ ਦੱਸੋ, ਏਜੰਡਾ ਤੁਹਾਨੂੰ ਦੱਸਤਾ ਦਿੱਤਾ। ਉਸ ਏਜੰਡੇ ਦਾ ਵਿਰੋਧ ਹੋ ਰਿਹਾ ਸਰ। ਕਿਹੜੇ ਦਾ? ਜਿਹੜਾ ਤਾਂ ਕਿਸਾਨਾਂ ਵਾਲੇ ਦਾ ਮੇਨ ਤਾਂ ਕਿਸਾਨ ਵਰਗ ਕੋਈ ਹੈ ਕਿਸਾਨ ਦਾ ਵਿਰੋਧ ਨਹੀਂ ਸਾਡਾ ਜੀ। ਕਿਸਾਨ ਸਾਡੇ ਨਾਲ ਆਊਗਾ ਜਦੋਂ ਸੱਚਾਈ ਪਤਾ ਲੱਗਣੀ ਆ। ਹਾਂਜੀ। ਆ 5-4 ਕਿਸਾਨ ਲੀਡਰਾਂ ਨੂੰ ਭੱਜਿਆ ਨੂੰ ਰਾਹ ਨਹੀਂ ਲੱਭਣੇ, ਜਦੋਂ ਡੰਡੇ ਲੈ ਕੇ ਇਹਨਾਂ ਦੇ ਪਿੱਛੇ ਭੱਜਣਗੇ। ਚਲੋ ਦੇਖ ਲਿਓ ਤੁਸੀਂ ਆਉਣ ਵਾਲੇ। ਯਾਨੀ ਤੁਹਾਡੇ ਕਹਿਣ ਦਾ ਮੈਂ ਇਸ਼ਾਰਾ ਸਮਝ ਗਿਆ ਵੀ ਗਰੀਬ ਵਰਗ ਦੀ ਗੱਲ ਕਰਕੇ ਨਿਕਲੋਗੇ ਤੁਸੀਂ। ਨਹੀਂ ਭਾਜਪਾ ਭਾਈ ਯੋਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਏਕਾਤਮ ਮਾਨਵ ਦਰਸ਼ਨ ਜਿਹੜਾ ਸਾਨੂੰ ਦਿੱਤਾ, ਜੀ। ਇਹਨੂੰ ਲੈ ਕੇ ਅਸੀਂ ਚੱਲ ਰਹੇ ਹਾਂ। ਉਹ ਕੀ ਆ? ਉਹਦੇ ਚ ਇੱਕੋ ਹੀ ਨਟਸ਼ੈਲ ਚ ਮੈਂ ਗੱਲ ਦੱਸਦਾ ਜੀ ਕਿ ਵੈਸੇ ਤਾਂ ਬਹੁਤ ਲੰਬਾ ਚੌੜਾ ਉਹ ਕਹਿੰਦੇ ਆ ਕਿ ਜਿਹੜਾ ਆਖਰੀ ਵਿਅਕਤੀ ਆ ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਤੇ ਰੋਟੀ ਨਹੀਂ, ਜੀ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਨਹੀਂ ਭਲਾ ਹੋ ਸਕਦਾ। ਇਹ ਉਹੀ ਗੱਲ ਆ ਜੋ ਗੁਰੂ ਨਾਨਕ ਦੇਵ ਨੇ ਕਹੀ ਹੈ। ਇਹ ਉਹੀ ਗੱਲ ਆ ਜੋ ਭੀਲਣੀ ਦਾ ਸਨਮਾਨ ਕਰਕੇ ਭਗਵਾਨ ਰਾਮ ਨੇ ਕਹੀ। ਇਹ ਉਹੀ ਗੱਲ ਆ ਜੋ ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮਾ ਦਾ ਸਨਮਾਨ ਕਰਕੇ ਕਹੀ। ਇਹ ਉਹਨਾਂ ਭਗਵਾਨਾਂ ਦੀ ਗੱਲ ਆ ਸਾਰੀ। ਔਰ ਭਾਜਪਾ ਵੀ ਉਹੀ ਗੱਲ ਕਹਿੰਦੀ ਹੈ, ਅਸੀਂ ਕਿਸੇ ਇੱਕ ਨੂੰ ਪ੍ਰਧਾਨ ਮੰਤਰੀ, ਕਿਸੇ ਇੱਕ ਨੂੰ ਮੁੱਖ ਮੰਤਰੀ, ਕਿਸੇ ਨੂੰ ਮਿਨਿਸਟਰ ਬਣਾਉਣ ਲਈ ਨਹੀਂ ਬੈਠਦੇ ਜੁੜ ਕੇ। ਅਸੀਂ ਜਿਹੜੇ 14 ਕਰੋੜ ਤੋਂ ਵੱਧ ਵਰਕਰ, ਇਸ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਚਾਈਨਾ ਦੀ ਜਿਹੜੀ ਪੀਪਲਜ਼ ਪਾਰਟੀ ਸੀ ਉਸ ਤੋਂ ਬਾਅਦ ਅਸੀਂ ਬਣੇ ਆ ਸਭ ਤੋਂ ਬੜਾ ਰਾਜਨੀਤਿਕ ਦਲ ਗਿਣਤੀ ਦੇ ਹਿਸਾਬ ਨਾਲ, ਵਰਕਰਾਂ ਦੇ ਹਿਸਾਬ ਨਾਲ। ਵਰਕਰ ਸਾਡਾ ਸਰਮਾਇਆ ਨੇ। ਅਸੀਂ ਉਹ ਇਸੇ ਪਰਪਸ ਨੂੰ, ਗਰੀਬ ਦਾ ਭਲਾ ਹੋਵੇ, ਆਖਰੀ ਵਿਅਕਤੀ ਦਾ ਭਲਾ ਹੋਵੇ, ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਉਸ ਲਈ ਅਸੀਂ ਜੁੜ ਕੇ ਬੈਠਦੇ ਹਾਂ। ਉਹਦੇ ਲਈ ਅਸੀਂ ਗੋਲੀਆਂ ਖਾਂਦੇ ਹਾਂ। ਔਰ ਦੇਸ਼ ਸਮਾਜ ਦੇ ਭਲੇ ਲਈ ਅਸੀਂ ਪੰਜਾਬ ਦੇ ਅੰਦਰ ਗੋਲੀਆਂ ਖਾਣ ਨੂੰ ਤਿਆਰ ਬੈਠੇ ਹਾਂ। ਉਹ ਸਾਡੇ ਗੋਲੀਆਂ ਮਾਰਨ ਨੂੰ ਤਿਆਰ ਬੈਠੇ ਨੇ ਪੰਜਾਬ 'ਚ ਲਾਂਭੂ ਲਾਉਣ ਲਈ। ਇਹ ਸਾਡੀ ਤੇ ਉਹਨਾਂ ਦੀ ਸੋਚ 'ਚ ਫਰਕ ਹੈ। ਇਹ ਕਾਂਗਰਸ, ਇਹ ਅਕਾਲੀ ਦਲ, ਇਹੀ ਆਮ ਆਦਮੀ ਪਾਰਟੀ। ਲਾਂਬੂ ਲਾਉਣ ਦੀ ਗੱਲ ਕਰੀਏ ਤਾਂ ਹੁਣ ਪਿਛਲੇ ਦਿਨੀ ਜਿਹੜੀ ਗੁਰਦੁਆਰਾ ਸਾਹਿਬ 'ਚ ਅਰਦਾਸ ਹੋਈ ਹੈ, ਉਹਦੇ ਰੁਝਾਨ ਇਹ ਮਿਲ ਰਹੇ ਹੈ ਕਿ ਉਧਰੋਂ ਉਸੇ ਜਿਹੜੀ ਅਰਦਾਸ ਹੋਈ ਉਸੇ ਮੁਤਾਬਕ ਹੀ ਰਾਮ ਰਹੀਮ ਦੀ ਪੈਰੋਲ ਹੋ ਜਾਂਦੀ ਹੈ। ਪਹਿਲਾਂ ਅਹਿਮ ਮੁੱਦੇ ਹੋਏ, ਉਦੋਂ ਪੈਰੋਲ ਨਹੀਂ ਹੋਈ। ਦੇਖੋ NOC ਭਾਜਪਾ ਸਰਕਾਰ ਆ ਉੱਥੇ ਹਰਿਆਣਾ ਦੀ, ਉਹਨਾਂ ਤੋਂ ਦਿੱਤੀ ਗਈ ਹੈ ਜੀ। ਇੱਦਾਂ ਉਹ ਜੇਲ੍ਹ ਮੈਨੂਅਲ ਦੇ ਰੂਲਸ ਦੇ ਹਿਸਾਬ ਨਾਲ ਹੋਇਆ। ਕੋਈ ਵੀ ਸੁਪਰੀਮ ਕੋਰਟ ਜਾ ਸਕਦਾ, ਕੋਈ ਵੀ ਹਾਈ ਕੋਰਟ ਜਾ ਸਕਦਾ ਜੀ। ਹਰ ਬੰਦੀ ਨਾਲ, ਹਰ ਕੈਦੀ ਨਾਲ ਇੱਕੋ ਜਿਹਾ ਹੀ ਵਿਵਹਾਰ ਹੁੰਦਾ, ਅਲੱਗ-ਅਲੱਗ ਵਿਵਹਾਰ ਨਹੀਂ ਹੁੰਦਾ ਜੀ। ਔਰ ਦੂਜਾ ਮੈਂ ਇੱਕ ਗੱਲ ਹੋਰ ਕਹਿਣਾ ਕਿ ਇਹ ਜਿਹੜੀ ਅਰਦਾਸ ਆ, ਜਦੋਂ ਮੈਨੂੰ ਤਾਂ ਛੋਟਾ ਜਿਹਾ ਹੁੰਦੇ ਪਤਾ, ਜਦੋਂ ਮੈਂ ਪੇਪਰ ਦੇਣ ਜਾਂਦਾ ਸੀ ਜੀ ਤਾਂ ਮੇਰੀ ਮਾਂ ਜਾਂ ਦਾਦੀ ਮੈਨੂੰ ਫੜ ਕੇ ਗੁਰਦੁਆਰਾ ਸਾਹਿਬ ਲੈ ਜਾਂਦੇ ਸੀ। ਆ ਭਾਈ ਜੀ ਬੱਚੇ ਦਾ ਪੇਪਰ ਆ, ਇਹਦੀ ਅਰਦਾਸ ਕਰੋ ਪਾਸ ਹੋ ਜੇ ਕੋਈ ਮੁਕੱਦਮਾ ਤੁਹਾਡਾ ਹੋਵੇ, ਉਸ ਮੁਕੱਦਮੇ ਦੀ ਜਿੱਤ ਲਈ ਵੀ ਅਰਦਾਸ ਲਈ ਜਾਂਦੇ ਸੀ, ਚਾਹੇ ਤੁਸੀਂ ਕਾਤਲ ਵੀ ਹੋਵੋ। ਥੋੜੀ ਜਿਹੀ ਗੱਲ ਜੋੜਦਾ ਮੈਂ ਵਿੱਚ। ਉਹ ਇਹ ਸੀ, ਅਰਦਾਸ ਹੁੰਦੀ ਸੀ, ਸਿੰਪਲ ਅਰਦਾਸਾਂ ਬਹੁਤ ਹੁੰਦੀਆਂ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ, ਪਰ ਅਰਦਾਸ ਦੀ ਵੀਡੀਓ ਨਹੀਂ ਬਣਦੀ ਸੀ, ਉਹ ਪ੍ਰਚਾਰੀ ਨਹੀਂ ਜਾਂਦੀ ਸੀ। ਇਸ ਕਰਕੇ ਉਦੋਂ ਵੀਡੀਓ ਹੁੰਦੇ ਨਹੀਂ ਸੀ, ਜੀ। ਜੇ ਹੁੰਦੇ ਤਾਂ ਅਸੀਂ ਬਣਾ ਦਿੰਦੇ। ਐਸ ਦੀ ਵੀਡੀਓ ਬਹੁਤ ਅੱਛੀ ਬਣੀ ਹੈ ਨਾ, ਇਹ ਠੀਕ ਵਧੀਆ ਬਣੀ ਆ। ਹਾਂਜੀ, ਬਣਨੀ ਚਾਹੀਦੀ ਆ। ਅੱਛਾ ਜੀ। ਉਹਨੇ ਗੁਰੂ ਅੱਗੇ ਅਰਦਾਸ ਕੀਤੀ ਆ। ਉਹ ਦੋਨੋਂ ਅਰਦਾਸਾਂ ਦੇਖੋ, ਇਹ ਜੋੜੀਆਂ ਨੇ ਇਹਨਾਂ ਨੇ ਜਾਣ ਕੇ। ਉਹ ਇੱਕ ਚ ਨੀਲੇ ਕੱਪੜੇ, ਇੱਕ ਸਫੈਦ ਕੱਪੜੇ। ਦੇਖ ਲਓ, ਰਾਮ ਰਹੀਮ ਵਾਲੀ ਅਰਦਾਸ 3 ਸਾਲ ਪੁਰਾਣੀ ਹੈ। ਉਹ ਵੀਡੀਓ ਦੀ ਜਾਂਚ ਕਰਾ ਲਓ। ਚਲੋ, ਔਰ ਸੁਣ ਲਓ ਗੱਲ, ਜਦੋਂ ਅਦਾਲਤ 'ਚ ਗਏ ਉਸ ਤੋਂ ਬਾਅਦ ਉਹਨੇ ਨਾਰੇ ਲਾਏ। ਸੁਣ ਲਓ ਗੱਲ। ਹਾਂਜੀ, ਨਾਰੇ ਲਾਉਣੇ ਸੀ ਕਿ ਫਿਰ ਕੀ ਹੋ ਗਿਆ? ਉਹਨਾਂ ਨੇ ਅਰਦਾਸ ਕੀਤੀ ਕਿ ਦਲਿਤ ਮੁੱਖ ਮੰਤਰੀ ਬਣੇ, ਮੋਦੀ ਜੀ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਫਿਰ ਉਹਦੇ 'ਚ ਕੀ ਹੋ ਗਿਆ? ਮੋਦੀ ਜੀ ਦੇ ਲਈ ਅਰਦਾਸਾਂ ਅਸੀਂ ਵੀ ਕਰਾਂਗੇ, ਹਰ ਗੁਰਦੁਆਰੇ 'ਚ ਮੰਦਰ ਜਿਹੜੇ CCTV ਕੈਮਰੇ ਦੀ ਫੁਟੇਜ ਸਾਹਮਣੇ ਆਈ, ਉਹ 'ਚ ਦੱਸਿਆ ਜਾ ਰਿਹਾ ਇੱਕ ਲੇਡੀ ਗਈ, ਇੱਕ ਭਾਜਪਾ ਆਗੂ ਗਿਆ ਉਹ ਤੋਂ ਪਹਿਲਾਂ ਮਿਲਣ। ਤੇ ਫਿਰ ਕੀ ਹੋ ਗਿਆ ਜੀ? ਉਹ ਕੋਈ ਗੁਨਾਹ ਥੋੜਾ ਜੀ। ਅਰਦਾਸ ਕਰਨਾ, ਗੁਰਦੁਆਰਾ ਸਾਹਿਬ ਜਾਣਾ ਕਰਨੀ ਚਾਹੀਦੀ ਆ। ਯਾਨੀ ਭਾਜਪਾ ਦਾ ਕੋਈ ਉਹਦੇ ਪਿੱਛੇ ਛੁਪਿਆ ਹੋਇਆ ਏਜੰਡਾ ਕੋਈ ਨਹੀਂ, ਕੋਈ ਸਾਫ਼ ਏਜੰਡਾ ਸਾਡਾ ਆ ਦੁਸ਼ਟਾਂ ਤੋਂ ਪੰਜਾਬ ਦਾ ਛੁਟਕਾਰਾ ਹੋਵੇ, ਉਹ ਏਜੰਡਾ ਸਾਡਾ। ਠੀਕ ਹੈ, ਇਹ ਦੁਸ਼ਟਾਂ ਦੇ ਲਈ ਅਰਦਾਸਾਂ ਕਰਾਂਗੇ ਕਿ ਇਹਨਾਂ ਤੋਂ ਛੁਟਕਾਰਾ ਕਰਵਾ ਦਿਓ। ਪੰਜਾਬ ਨੂੰ ਅੱਗਾਂ ਲਾਉਣ ਵਾਲਿਆਂ ਨੂੰ, ਪੰਜਾਬ ਨੂੰ ਲੁੱਟਣ ਵਾਲਿਆਂ ਨੂੰ। ਅੱਜ ਪੰਜਾਬ ਦੇ ਬੱਚੇ ਜਿੰਨੇ ਨੇ ਜੀ ਵਿਦੇਸ਼ਾਂ ਜਾਂਦੇ ਆ। ਪੰਜਾਬ ਪਹਿਲਾਂ ਇੱਕ ਕੁਆਲਿਟੀ ਐਜੂਕੇਸ਼ਨ ਲਈ ਜਾਣਿਆ ਜਾਂਦਾ ਸੀ ਜੀ। ਪੰਜਾਬ ਬਿਹਤਰ ਪੰਜਾਬ ਸੀ ਉਸ ਵੇਲੇ, ਵਾਤਾਵਰਣ ਪੰਜਾਬ ਦਾ ਠੀਕ ਸੀ। ਇਹ ਖਰਾਬ ਕੀਤਾ ਤਾਂ ਕਾਂਗਰਸ ਦੇ 27 ਪਰਿਵਾਰਾਂ ਨੇ ਔਰ ਅਕਾਲੀ ਦਲ ਵਾਲਿਆਂ ਨੇ, ਇਹਨਾਂ ਨੇ ਖਰਾਬ ਕੀਤਾ। ਔਰ ਇਹਦੇ ਲਈ ਅਸੀਂ ਅਰਦਾਸਾਂ ਕਰਾਂਗੇ ਕਿ ਪੰਜਾਬ ਦਾ ਇਹਨਾਂ ਤੋਂ ਛੁਟਕਾਰਾ ਹੋ ਜਾਏ ਤੇ ਪੰਜਾਬ 'ਚ ਅੱਛੇ ਲੋਕ ਆਉਣ, ਗਰੀਬਾਂ ਦਾ ਰਾਜ ਹੋਵੇ। ਮਜ਼ਲੂਮ ਜਿਹੜੇ ਨੇ, ਜਿਨ੍ਹਾਂ ਤੇ ਜ਼ੁਲਮ ਹੁੰਦੇ ਆ, ਜ਼ੁਲਮ ਦਾ ਖਾਤਮਾ ਕਰਨ, ਉਹ ਗੁਰੂ ਸਾਹਿਬ ਨੂੰ ਮੰਨ ਕੇ ਚੱਲਣ
ਉਸ ਲਈ ਅਰਦਾਸ। ਤੁਸੀਂ ਕਹਿ ਰਹੇ ਹੋ ਮਾਹੌਲ ਖਰਾਬ ਹੋ ਰਿਹਾ, ਪਰ ਜਿਹੜਾ ਹੁਣ ਇੱਕ ਮਾਹੌਲ ਪਿਛਲੇ ਦਿਨ ਹੀ ਮਾਹੌਲ ਖਰਾਬ ਹੋਣ ਦੀ ਗੱਲ ਚੱਲ ਰਹੀ ਹੈ, ਉਹ ਇਹ ਚੱਲ ਰਹੀ ਹੈ ਕਰੋਨਾ ਦਾ ਕਾਰਜਕਾਲ ਹੈ, ਸਾਰੇ ਤੀਸਰੀ ਲਹਿਰ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇੱਕ ਜਿਹੜੇ ਭਾਜਪਾ ਦੇ ਬਹੁਤ ਹਮਾਇਤੀ ਮੰਨੇ ਜਾਂਦੇ ਜਾਂ ਕੇਂਦਰ ਸਰਕਾਰ ਦਾ ਹੱਥ ਮੰਨਿਆ ਜਾਂਦਾ ਬਾਬਾ ਰਾਮਦੇਵ ਜੀ, ਉਹ ਐਲੋਪੈਥੀ 'ਤੇ ਸਵਾਲ ਖੜੇ ਕਰ ਰਹੇ ਨੇ, ਇਸ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ। ਉਸ ਤੋਂ ਬਾਅਦ ਕਿ ਹਾਲਾਂਕਿ ਕੇਂਦਰ ਸਰਕਾਰ ਕਰੋੜਾਂ ਰੁਪਈਆ ਖਰਚ ਕਰ ਰਹੀ ਹੈ ਵੈਕਸੀਨ 'ਤੇ, ਖੋਜਾਂ 'ਤੇ ਖਰਚ ਕਰ ਰਹੀ ਹੈ, ਉਸ ਤੋਂ ਬਾਅਦ ਇੱਕ ਭਰਮਾਊ ਟਿੱਪਣੀਆਂ ਕਰਕੇ ਲੋਕਾਂ 'ਚ ਇੱਕ ਹੋਰ ਮਾਹੌਲ ਨਹੀਂ ਪੈਦਾ ਕੀਤਾ ਜਾ ਰਿਹਾ। ਕੁਝ ਨਹੀਂ ਕੀਤਾ ਜਾ ਰਿਹਾ। ਬਾਬਾ ਰਾਮਦੇਵ ਜੋ ਕਹਿ ਰਿਹਾ ਠੀਕ ਕਹਿ ਰਿਹਾ। ਪੂਰੀ ਦੁਨੀਆ 'ਚ ਯੋਗਾ ਪ੍ਰਸਾਰਿਤ ਕੀਤਾ ਉਹਨਾਂ ਨੇ। ਨਹੀਂ, ਐਲੋਪੈਥੀ 'ਤੇ ਸਵਾਲ ਖੜੇ ਕਰ ਰਹੇ ਨੇ। ਦੇਖੋ, ਐਲੋਪੈਥੀ 'ਚ ਇੱਕ ਬਹੁਤ ਬੜਾ ਸਕੈਂਡਲ ਹੈ ਇਹ ਪੂਰੀ ਦੁਨੀਆ 'ਚ ਲੁੱਟ ਕਰਦੇ ਆ। ਕਰੋੜਾਂ ਅਰਬਾਂ ਦੀ ਲੁੱਟ ਹੈ ਇਹ, ਖਰਬਾਂ ਦੀ ਲੁੱਟ ਆ। ਔਰ ਤੁਸੀਂ ਦੱਸੋ, ਅੱਜ ਕਰੋਨਾ 'ਚ ਲੋਕ ਜਾਂਦੇ ਆ, ਮੈਂ ਹੀ 2-4 ਪਰਿਵਾਰਾਂ ਨੂੰ ਜਾਣਦਾ ਜੀ। 27 ਲੱਖ ਦਾ ਬਿੱਲ ਕਿੱਥੋਂ ਦੇ ਦਿਓਗੇ ਤੁਸੀਂ ਕਰੋਨਾ 'ਚ? ਮੈਂ ਉਸ ਕਰੋਨਾ 'ਚ ਘਰ 'ਚ ਠੀਕ ਹੋ ਗਿਆ ਬਾਬਾ ਰਾਮਦੇਵ ਦਾ ਕਾੜਾ ਪੀ ਕੇ। ਚਲੋ ਪद्धਤੀ ਠੀਕ ਹੋ ਸਕਦੀ, ਪਰ ਆਪਾਂ ਦੂਸਰੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਸਰ। ਇਹ ਸਰਮਾਏਦਾਰਾਂ ਲਈ, ਅਮੀਰਾਂ ਲਈ ਆ। ਬਾਬਾ ਰਾਮਦੇਵ ਦਾ ਵਿਰੋਧ ਯੋਜਨਾਬੱਧ ਤਰੀਕੇ ਨਾਲ ਉਸ ਲੌਬੀ ਤਰਫੋਂ ਹੋ ਰਿਹਾ। ਬਾਬਾ ਰਾਮਦੇਵ ਦੀ ਹੱਤਿਆ ਵੀ ਕਰ ਸਕਦੇ ਆ ਉਹ। ਮੈਂ ਅੱਜ ਕਹਿੰਦਾ ਤੁਹਾਡੇ ਸਾਹਮਣੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕੇਸ ਕਰ ਰਹੀ ਹੈ, 1000 ਕਰੋੜ ਦਾ ਦਾਅਵਾ ਹੋ ਰਿਹਾ। ਓਏ ਉਹਨਾਂ 'ਚ ਵੀ ਤਾਂ ਵਿਦੇਸ਼ਾਂ ਦਾ ਪੈਸਾ ਲੱਗ ਜਾਂਦਾ ਆ ਕੇ, ਇੱਥੇ ਵੀ ਤਾਂ ਬਹੁਤ ਲੋਕ ਉਹਨਾਂ ਦੇ ਹੱਕ 'ਚ ਬੈਠੇ ਆ। ਅੱਜ ਫੈਡਰੇਸ਼ਨ ਐਸੋਸੀਏਸ਼ਨ ਡਾਕਟਰਾਂ ਨੇ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਪੂਰੇ ਵੀ ਕਰਦੇ ਆ। ਉਹ ਡਾਕਟਰਾਂ ਨੂੰ ਪਤਾ ਨਹੀਂ ਵੀ 27 ਲੱਖ ਦਾ ਬਿੱਲ ਕੌਣ ਦਊਗਾ? ਇੱਥੇ ਗਰੀਬ ਲੋਕ ਰਹਿੰਦੇ ਆ ਇਸ ਮੁਲਕ ਦੇ ਅੰਦਰ। ਨਹੀਂ, ਤੁਸੀਂ ਭ੍ਰਸ਼ਟਾਚਾਰ ਦੀ ਗੱਲ ਕਰਦੇ, ਐਲੋਪੈਥੀ ਤੇ ਕੁਐਸਚਨ ਨਹੀਂ ਕਰ ਰਹੇ। ਅਰੇ ਭਾਈ, ਐਲੋਪੈਥੀ 'ਚ ਇਲਾਜ ਹੀ ਨਹੀਂ ਪੂਰਾ ਹੁੰਦਾ। ਉਹਦੇ 'ਚ ਤਾਂ ਐਵੇਂ ਹੀ ਬਿਨਾਂ ਗੱਲਬਾਤ। ਹੁਣ ਕੋਵਿਡ ਕੀ ਚੀਜ਼ ਆ? ਕੁਝ ਵੀ ਨਹੀਂ ਹੈ। ਜ਼ੁਕਾਮ ਹੁੰਦਾ ਸੀ, ਛਾਤੀ ਬੰਦ ਹੋ ਜਾਂਦੀ ਸੀ, ਘਰੇ ਸਾਡੀ ਮਾਤਾ ਦਵਾਈਆਂ ਨਾਲ ਹੀ ਉਹ ਦਿੰਦੀ ਸੀ, ਕਾੜਾ ਕੂੜਾ ਜਾਂ ਉਦੋਂ ਠੀਕ ਹੋ ਜਾਂਦੇ ਸੀ। ਫਿਰ ਕੇਂਦਰ ਬਾਬਾ ਰਾਮਦੇਵ ਦਿੰਦਾ, ਉਹ ਕੀ ਹੋ ਗਿਆ? ਫਿਰ ਕੇਂਦਰ ਸਰਕਾਰ ਵੈਕਸੀਨ ਤੇ ਕਿਉਂ ਖਰਚ ਕਰ ਰਹੀ ਹੈ ਸਰ? ਉਹ ਕੇਂਦਰ ਜਾਣੇ। ਮੈਂ ਜਿਹੜੀ ਗੱਲ ਕੇਂਦਰ ਤਾਂ ਤੁਹਾਡੀ ਸਰਕਾਰ ਹੈ। ਮੇਰਾ ਆਪਣਾ ਜਿਹੜਾ ਅਨੁਭਵ ਆ ਜੀ, ਉਹ ਅਨੁਭਵ ਮੈਂ ਦੱਸਿਆ ਕਿ ਬਾਬਾ ਰਾਮਦੇਵ ਬਿਲਕੁਲ ਠੀਕ ਆ ਔਰ ਦੇਸ਼ ਦੇ ਲੋਕਾਂ ਨੂੰ ਉਹਦੇ ਨਾਲ ਯੋਗ ਠੀਕ ਹੈ ਕਿ ਬਾਬਾ ਰਾਮਦੇਵ ਠੀਕ ਹੈ? ਤੁਸੀਂ ਯੋਗ ਦੀ ਗੱਲ ਕਰ ਰਹੇ ਹੋ ਸਰ, ਰਾਮਦੇਵ ਦੀ ਠੀਕ ਆ, ਉਹਦਾ ਕਾੜਾ ਵੀ ਠੀਕ ਆ, ਯੋਗ ਵੀ ਠੀਕ ਆ, ਉਹਦਾ ਕਾੜਾ ਵੀ ਠੀਕ ਆ। ਤੇ ਐਲੋਪੈਥੀ 'ਚ ਮੇਰਾ ਵਿਸ਼ਵਾਸ ਨਹੀਂ ਹੈ, ਮੇਰਾ ਨਹੀਂ ਵਿਸ਼ਵਾਸ। ਤੁਹਾਡਾ ਨਿੱਜੀ ਇਹ ਹੈ? ਮਾਰ ਦਿੰਦੇ ਆ ਬੰਦਿਆਂ ਨੂੰ, ਬਿਨਾਂ ਗੱਲਬਾਤ ਤੋਂ ਆਪਰੇਸ਼ਨ ਕਰਕੇ ਰੱਖ ਦਿੰਦੇ ਆ, ਬਿਨਾਂ ਗੱਲਬਾਤ ਤੋਂ ਫਾੜ ਕੇ ਰੱਖ ਦਿੰਦੇ ਆ। ਆ ਹਸਪਤਾਲਾਂ ਜਿੰਨੇ ਹਸਪਤਾਲ ਨੇ, ਇਹ ਮਾਫੀਆ ਪੂਰਾ। ਇਹ ਕਹਿੰਦੇ ਆ ਕਿ ਡਾਕਟਰ ਨੂੰ ਕਹਿੰਦੇ ਆ, ਡਾਕਟਰਾਂ ਤੋਂ ਪੁੱਛੋ, ਇੰਟਰੋਗੇਟ ਕਰਕੇ ਪੁੱਛ ਲਓ। ਇਹ ਪਤਾ ਹੀ ਕਹਿੰਦੇ ਆ ਕਿ ਇੰਨੇ ਕੇਸ ਲੈ ਕੇ ਆਓ, ਇੰਨਾ ਪੈਸਾ ਕਮਾਓਗੇ ਤਾਂ ਤੁਹਾਡਾ ਆ ਮਿਲੂਗਾ, ਤਾਂ ਨੌਕਰੀਆਂ ਤੇ ਰੱਖਦੇ ਆ। ਸਿੱਧੇ ਰੂਪ ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਬਹੁਤ ਵੱਡੀ ਡਾਕਟਰ ਲੌਬੀ ਹੈ, ਉਹ ਕੋਰੋਨਾ ਕਾਲ ਦੇ ਵਿੱਚ ਬਹੁਤ ਪੈਸੇ ਲੈ ਰਹੀ ਹੈ ਲੋਕਾਂ ਤੋਂ ਜੋ ਲੈਣੇ ਨਹੀਂ ਚਾਹੀਦੇ, ਭ੍ਰਸ਼ਟਾਚਾਰ ਦੀ ਗੱਲ ਕਰਦੇ। ਹਾਂ, ਬਿਲਕੁਲ। ਤੇ ਫਿਰ ਸਰਕਾਰ ਨੂੰ ਤਾਂ ਇਹ ਤਾਂ ਗਰੀਬ ਆਦਮੀ ਕਿੱਥੋਂ? ਅਸੀਂ ਤਾਂ ਕਿਹਾ, ਹਰਿਆਣਾ ਸਰਕਾਰ ਨੇ ਬਣਾਤੀ ਨਾ ਕਮੇਟੀ, ਪਰ ਉਹ ਕਮੇਟੀ ਵੀ ਕਿੰਨਾ ਕਰ ਦੂਗੀ ਜੀ? ਇਹ ਤਾਂ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਨਾ, ਜਿਹੜੀ ਹੋ ਰਹੀ ਹੈ ਹਸਪਤਾਲਾਂ ਦੀ, ਇਹ ਨਹੀਂ ਹੋਣੀ ਚਾਹੀਦੀ। ਇਹ ਸਰਕਾਰ ਨੂੰ ਸੁਵਿਧਾ ਦੇਣੀ ਚਾਹੀਦੀ ਹੈ ਤੇ ਇਹਨਾਂ ਦੇ ਬਿੱਲ ਸਰਕਾਰ ਦੇਵੇ। ਇਹ ਆਮ ਆਦਮੀ ਨਹੀਂ ਦੇ ਸਕਦਾ ਇਸ ਦੇਸ਼ ਦੇ ਅੰਦਰ। ਤੁਸੀਂ ਆਮ ਆਦਮੀ ਦਾ ਦਰਦ ਸੁਣੋ ਜਾ ਕੇ, ਇਲਾਜ ਤੋਂ ਬਿਨਾਂ ਮਰ ਜਾਂਦੇ ਆ ਵਿਚਾਰੇ, ਹਸਪਤਾਲਾਂ ਤੱਕ ਨਹੀਂ ਜਾਂਦੇ। ਉਹਨਾਂ ਨੂੰ ਮੈਂ ਦੇਖਦਾ, ਮੇਰੀ ਕੰਸਟੀਟਿਊਂਸੀ ਹੈ ਰਾਜਪੁਰਾ, ਮੈਂ ਲੋਕਾਂ ਨੂੰ ਦੇਖਦਾ ਰਹਿਣਾ। ਚਲੋ ਲਾਸਟ ਕੁਐਸਚਨ। ਹਾਂਜੀ, ਚੋਣਾਂ ਆਉਣ ਵਾਲੀਆਂ ਨੇ, ਸਾਰੇ ਹੱਥ ਕੰਡੇ ਸਾਰੀਆਂ ਸਿਆਸੀ ਧਿਰਾਂ ਅਪਣਾ ਰਹੀਆਂ ਨੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਭਾਜਪਾ ਨੂੰ ਕਿਤੇ ਨਾ ਕਿਤੇ ਟਾਰਗੇਟ ਕਰ ਰਹੀਆਂ। ਅਕਾਲੀ ਦਲ ਤੁਹਾਡੇ ਤੋਂ ਵੱਖਰਾ ਹੋ ਗਿਆ। ਹੁਣ ਤੁਸੀਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕਿਵੇਂ ਲੜੋਗੇ? ਕਿਸੇ ਪਾਰਟੀ ਨਾਲ ਭਾਈਵਾਲੀ ਹੋਏਗੀ ਜਾਂ ਨਹੀਂ? ਅਸੀਂ ਇਕੱਲੇ ਲੜਾਂਗੇ, ਆਪਣੇ ਦਮ ਤੇ ਲੜਾਂਗੇ। ਕਿੰਨੀਆਂ ਸੀਟਾਂ? ਜਿਵੇਂ ਪੂਰੇ ਦੇਸ਼ 'ਚ ਸੀਟਾਂ ਤਾਂ ਕੋਈ ਜੋਤਸ਼ੀ ਤੋਂ ਪੁੱਛੋ, ਜੇ ਕੋਈ ਹੈਗਾ ਤੁਹਾਨੂੰ ਜਾਣਦਾ, ਮੈਂ ਵੀ ਨਾਲ ਚੱਲ। ਨਹੀਂ, ਮੈਂ ਜਿੱਤਣ ਦੀ ਨਹੀਂ ਗੱਲ ਕਰ ਰਿਹਾ। ਮੈਂ ਜੋਤਸ਼ੀ ਨਹੀਂ ਹੈਗਾ, ਮੈਂ ਜਿੱਤਣ ਦੀ ਨਹੀਂ ਗੱਲ ਕਰ ਰਿਹਾ। ਮੈਂ ਕਿੰਨੀਆਂ ਤੇ ਲੜੋਗੇ? 117 ਹੀ ਲੜਾਂਗੇ ਔਰ ਜਿੱਤਣ ਲਈ ਲੜਾਂਗੇ। ਪਹਿਲਾਂ 23 ਤੇ ਲੜਦੇ ਸੀ। ਹਾਂ, ਕੀ ਹੋ ਗਿਆ? ਉਹ ਤਾਂ ਭਾਈਵਾਲੀ 'ਚ ਤਾਂ ਇਦਾਂ ਹੀ ਲੜਨੀ ਹੈ। 117 ਲੜਾਂਗੇ ਔਰ ਸਾਰੀਆਂ ਜਿੱਤਣ ਲਈ ਲੜਾਂਗੇ ਔਰ ਪੂਰੇ ਜ਼ੋਰ ਨਾਲ ਲੜਾਂਗੇ। ਕੋਈ ਪਾਰਟੀ ਹਾਰਨ ਵਾਸਤੇ ਨਹੀਂ ਲੜਦੀ, ਪਹਿਲੀ ਗੱਲ ਤਾਂ ਇਹ ਸਮਝ ਲਓ ਜੀ। ਔਰ ਜਿੱਤਣ ਲਈ ਲੜਾਂਗੇ। ਉਹਦੇ ਜੋ ਜਿੱਤਾਂਗੇ ਜਾਂ ਹਾਰ ਹੋਊਗੀ, ਲੋਕਾਂ ਦਾ ਫੈਸਲਾ ਹੋਊਗਾ। ਉਹ ਡੈਮੋਕ੍ਰੇਸੀ ਸਵੀਕਾਰ ਹੁੰਦਾ, ਉਹ ਸਵੀਕਾਰ ਕਰਾਂਗੇ। ਜੇ ਜਿੱਤੇ ਤਾਂ ਦਲਿਤ ਸੀਐਮ ਪੱਕਾ? ਤਾਂ ਜੇ ਦਲਿਤ ਸੀਟਾਂ ਜ਼ਿਆਦਾ ਜਿੱਤਾਂਗੇ ਅਸੀਂ ਤਾਂ ਨੈਚੁਰਲੀ ਆਏਗਾ। ਪਹਿਲਾਂ ਤੁਸੀਂ ਕਹਿੰਦੇ ਸੀ ਦਲਿਤ ਸੀਐਮ ਦਾ ਚਿਹਰਾ। ਪੱਕਾ ਸਾਡੀ ਇਹੀ ਰਹੇਗੀ ਸੋਚ, ਇਹੀ ਸੋਚ ਰਹੇਗੀ। ਜੇ ਅਸੀਂ ਜਿੱਤੇ ਤਾਂ ਬਣੇਗਾ, ਪਰ ਕਰੀਏ ਕਿ ਉਹ ਅਮਰਿੰਦਰ ਕਹਿੰਦਾ ਮੈਂ ਹੀ ਬਣਨਾ ਅਗਲੀ ਵਾਰ ਵੀ, ਉਹ ਕਹਿੰਦਾ ਮੈਂ ਹੀ ਬਣਨਾ। ਉਹਨਾਂ ਕੋਲ ਕਰੋੜਾਂ ਅਰਬਾਂ ਰੁਪਇਆ, ਅਸੀਂ ਗਰੀਬ ਪਾਰਟੀਆਂ, ਸਾਡੇ ਕੋਲ ਪੈਸਾ ਨਹੀਂ ਹੈ। ਰੌਲਾ ਅਸੀਂ ਬਿਨਾਂ ਪੈਸੇ ਤੋਂ ਲੜਾਂਗੇ, ਲੋਕਾਂ ਨੇ ਲੜਨਾ ਜੀ। ਇਹ ਸਨ ਸ਼੍ਰੀ ਹਰਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਨੇ ਬੜੀ ਸਪਸ਼ਟਤਾ ਨਾਲ ਆਪਦੀ ਪਾਰਟੀ ਦੀ ਪੈਰਵੀ ਕਰਦੇ ਸਿੱਧੇ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਜਾਂ ਅੰਦੋਲਨਕਾਰੀ
ਕੁਝ ਵੀ ਕਰਨ, ਜਿਹੜੇ 3 ਕਾਨੂੰਨ ਰੱਦ ਨਹੀਂ ਹੋਣਗੇ, ਇਹ ਬਿਲਕੁਲ ਠੀਕ ਨੇ। ਦੂਸਰਾ, ਕਿਸਾਨ ਅੰਦੋਲਨ ਜਿਹੜੇ ਲੀਡ ਕਰਨੇ ਕਿਸਾਨ ਆਗੂ ਕਰ ਰਹੇ ਨੇ, ਉਹ ਬਾਹਰਲੀਆਂ ਸਿਆਸੀ ਧਿਰਾਂ, ਵਿਰੋਧੀ ਧਿਰਾਂ ਜਾਂ ਬਾਹਰਲੇ ਵਿਦੇਸ਼ਾਂ ਤੋਂ ਆ ਰਹੀ ਫੰਡਿੰਗ ਤੇ ਕਰ ਰਹੇ ਨੇ ਤੇ ਅਸਲ ਕਿਸਾਨ ਨੂੰ ਗੁੰਮਰਾਹ ਕਰ ਰਹੇ ਨੇ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜਾ ਪਿਛਲੇ ਦਿਨੀ ਵਿਵਾਦ ਚੱਲਿਆ, ਐਲੋਪੈਥੀ ਦੇ ਵਿੱਚ ਇਹਨਾਂ ਨੂੰ ਵਿਸ਼ਵਾਸ ਨਹੀਂ ਹੈ। ਜੋ ਰਾਮਦੇਵ ਕਹਿ ਰਹੇ ਨੇ ਉਹ ਬਿਲਕੁਲ ਠੀਕ ਹੈ, ਪਰ ਇੱਥੇ ਇੱਕ ਸਵਾਲ ਰਹਿ ਜਾਂਦਾ ਅਧੂਰਾ ਕਿ ਕੇਂਦਰ ਸਰਕਾਰ ਫਿਰ ਵੈਕਸੀਨ 'ਤੇ ਪੈਸਾ ਕਿਉਂ ਖਰਚ ਕਰ ਰਹੀ ਹੈ ਇੰਨਾ। ਲਾਸਟ ਉਹਨਾਂ ਨੇ ਕਿਹਾ ਕਿ ਉਹ ਦਲਿਤ ਸੀਐਮ ਦੇ ਬਣਾਉਣ 'ਤੇ ਜੇ ਉਹਨਾਂ ਦੀ ਬਹੁਤ ਗਿਣਤੀ ਆਉਂਦੀ ਹੈ ਜਾਂ ਬਹੁਤ MLA ਜਿੱਤਦੇ ਨੇ, ਸਰਕਾਰ ਦੀ ਸਥਿਤੀ ਚਾਹੁੰਦੇ ਨੇ, ਤਾਂ ਦਲਿਤ ਸੀਐਮ ਪੱਕਾ ਬਣਾਉਣਗੇ। ਅਤੇ ਪਿਛਲੇ ਦਿਨੀ ਦਿਨੇਸ਼ ਕੁਮਾਰ ਜੀ ਨੇ ਜੋ ਗੱਲ ਕਹੀ ਸੀ, ਉਹ ਕਹਿੰਦੇ ਗੱਲ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਅਤੇ ਦਲਿਤ ਸੀਐਮ ਪੱਕਾ ਹੈ। ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਪਾਸੇ ਕਰਕੇ ਗਰੀਬ ਦੀ ਗੱਲ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਚੱਲ ਰਹੀਆਂ ਨੇ। ਜੇ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਕਿਸੇ ਗਰੀਬ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲੇਗਾ, ਇਹ ਆਉਣ ਵਾਲੇ ਦਿਨ 'ਚ ਪਤਾ ਚੱਲੇਗਾ। ਦੇਖਦੇ ਰਹੋ ਲਗਾਤਾਰ ਸਕਾਈ ਨਿਊਜ਼ ਪੰਜਾਬ।